पग पंकज बंदन, पग पंकज बंदन। सिमरो अंगद दोख निकंदन। अमरदास गुर हृदय ध्यावो, हृदय ध्यावो। श्री गुरु रामदास गुण गावो, श्री अर्जन बिघ्नन के नासक, बिघ्नन के नासक। श्री हरगोबिंद शोभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम किरपाला, परम किरपाला। श्री गुरु गोबिंद सिंह बिसाला। तरों तरहा पर पुन पुन सीसा, पुन पुन सीसा। बंदों बार बार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। एकंकारा सतगुरु तेह प्रसाद सच होए। वाहेगुरु जी की फतेह, बिघ्न विनाशम न सोए। हाँ जी। सतनाम श्री वाहिगुरु जी दोहरा। अब श्री सतगुर अमर की कथा कहो रुच ठान। श्रोता सुनो प्रसन्न हुआ, देहो सिक्खी मुझदान। अब श्री सतगुर अमर की। सच्चे पातशाह गरीब नवाज दीन दुनिया दे मालक, चबर छतर तखत दे मालक, समरथ गुरु परतख गुरु, दीन दयाल कृपाल, अंतरजामी पूरन पार ब्रह्म परमेश्वर। वाहेगुरु अकाल पुरख सबरूप सच्चे पातशाह दासां गरीबां सिखां सेवकां दे उत्ते सदा किरपा करन वाले, धन धन अंतरजामी सच्चे पातशाह गरीब नवाज, धन धन श्री गुरु ग्रंथ साहिब जी महाराज, धन धन श्री गुरु ग्रंथ साहिब जी महाराज। बड़े ही प्यार दे नाल कोई भी रसना वांझी ना रहे, गज के कहो धन धन श्री गुरु ग्रंथ साहिब जी महाराज। धन धन श्री गुरु ग्रंथ साहिब जी धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। धन धन श्री गुरु ग्रंथ साहिब जी धन महाराज। धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सच्चे पातशाह गरीब नवाज जी की किरपा हुई है। आप जी सिख संगतां बड़े ही प्यार नाल सतगुरु जी की पवित्र पावन हाजरी विच सज के गुरबाणी जी का रस भिन्ना कीर्तन सरवण कर रहे सीगे।
ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਬੜੇ ਹੀ ਪਿਆਰ ਦੇ ਨਾਲ ਆਪ ਜੀ ਨੇ ਕੀਰਤਨ ਸਰਵਣ ਕੀਤਾ। ਕੁਝ ਸਮਾਂ ਆਪਾਂ ਸਾਰਿਆਂ ਨੇ ਸਤਿਗੁਰੂ ਜੀ ਦੇ ਪਵਿੱਤਰ ਜੀਵਨ ਇਤਿਹਾਸ ਦੀ ਕਥਾ ਵਿਚਾਰ ਕਰਨੀ ਹੈ। ਪਿਆਰ ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾਡੂਰ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਲੱਭ ਬਿਨਾ ਹੈ ਮਾਨ ਸਾਂਝਿਓ ਪਾਣੀ ਬੂਰ, ਵਰਿਆ ਦਰਗਹ ਗੁਰੂ ਕੀ ਕੁਦਰਤੀ ਨੂਰ। ਜਿਤ ਸੋ ਹਾਥ ਨ ਲੱਭਈ ਤੂੰ ਉਹ ਠਰੂਰ, ਨਿੰਦਾ ਤੇਰੀ ਜੋ ਕਰੈ ਸੋ ਵੰਝੈ ਚੂਰ। ਨੇੜੇ ਦਿਸੈ ਮਾਤ ਲੋਕ ਤੁਧ ਸੁਝੈ ਦੂਰ, ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾਡੂਰ। ਦੂਸਰੇ ਪਾਤਸ਼ਾਹ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਬਹੁਤ ਵੱਡਾ ਧੀਰਜ ਧਾਰਨ ਵਾਲੇ ਸਤਿਗੁਰੂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਕਥਾ, ਜੀਵਨ ਦੇ ਕੁਝ ਬਿਰਤਾਂਤ ਸਾਧ ਸੰਗਤ ਜੀ ਆਪ ਨੇ ਪਿਛਲੇ ਦਿਨੀ ਸਰਵਣ ਕੀਤੇ ਹਨ। ਅੱਜ ਤੋਂ ਧੰਨ ਗੁਰੂ ਅਮਰਦਾਸ ਸਾਹਿਬ ਤੀਸਰੇ ਪਾਤਸ਼ਾਹ ਗੁਰ ਬੈਠਾ ਅੰਮ੍ਰਿਤ ਸਰੂਪ ਹੋਏ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਨੇ ਸਰਵਣ ਕਰਨੀ ਹੈ। ਦਾਸ ਆਪ ਜੀ ਦੇ ਚਰਨਾਂ ਵਿੱਚ ਸਾਧ ਸੰਗਤ ਦੀ ਬੇਨਤੀ ਕਰੇ। 47 ਸਾਲ 11 ਮਹੀਨੇ ਤੇ 3 ਦਿਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਰੀਰਕ ਉਮਰ ਹੈ। ਬਾਹਰੀ ਤੌਰ ਤੇ ਮੈਂ ਫਿਰ ਬੇਨਤੀ ਕਰਾਂ, ਗੁਰਬਾਣੀ ਦੇ ਅਨੁਸਾਰ ਜਦੋਂ 60ਵਾਂ ਸਾਲ ਸ਼ੁਰੂ ਹੁੰਦਾ ਹੈ ਨਾ, ਉਸ ਦਿਨ ਬੁਢੇਪਾ ਆਉਂਦਾ ਹੈ। 60 ਕੇ ਬੁਢੇਪਾ ਆਵੇ। 60 ਸਾਲ ਤੋਂ ਪਹਿਲਾਂ ਤੇ ਬੰਦੇ ਨੂੰ ਬਜ਼ੁਰਗ ਨਹੀਂ ਕਿਹਾ ਜਾਂਦਾ ਜੀ। ਕੋਈ ਮਹਾਰਾਜ ਜੀ ਦੀ ਬਜ਼ੁਰਗੀ ਵਾਲੀ ਅਵਸਥਾ ਨਹੀਂ ਹੈ। ਤੇ ਸਾਧ ਸੰਗਤ ਜੀ 47 ਸਾਲ 11 ਮਹੀਨੇ ਤੇ 3 ਦਿਨ, ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਲਗਭਗ 48 ਸਾਲ ਦੀ ਅਜੇ ਮਹਾਰਾਜ ਜੀ ਦੀ ਉਮਰ ਹੈ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸਰੀਰ ਤਿਆਗ ਗਏ ਜੀ। ਸਾਰਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਕਿਵੇਂ ਜੁਲਾਹੇ ਦੇ ਕੋਲੋਂ ਆਪ ਧਰਤੀ ਨੂੰ ਖਰੀਦਿਆ, ਉਸ ਧਰਤੀ ਨੂੰ ਖਰੀਦ ਕੇ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਆਖਿਆ, ਪਿਆਰਿਓ ਸਾਡੇ ਸਰੀਰ ਦਾ ਸੰਸਕਾਰ ਉਸ ਥਾਂ ਤੇ ਤੁਸੀਂ ਕਰਨਾ ਹੈ। ਇਹ ਸਾਰਾ ਪ੍ਰਸੰਗ ਤੁਸਾਂ ਨੇ ਕੱਲ ਸਰਵਣ ਕੀਤਾ। ਪਿਆਰਿਓ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਜਿਹੜੀ ਵਡਿਆਈ ਹੈ ਇਹ ਕਿਹਦੇ ਕੋਲੋਂ ਪ੍ਰਾਪਤ ਕੀਤੀ ਹੈ? ਇਹ ਗੁਰੂ ਨਾਨਕ ਸਾਹਿਬ ਜੀ ਕੋਲੋਂ ਪ੍ਰਾਪਤ ਕੀਤੀ ਹੈ। ਭਾਈ ਗੁਰਦਾਸ ਜੀ ਦੱਸਦੇ ਆ, ਕਹਿੰਦੇ ਲਹਿਣਾ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ। ਗੱਜ ਕੇ ਆਖੋ ਵਾਹਿਗੁਰੂ। ਅਮਾਨਤ ਹੈ ਦੇਣੀ, ਕਹਿੰਦੇ ਅਮਾਨਤ ਨੂੰ। ਬਾਬਾ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਇਹ ਵਸਤੂ ਦਾਤ ਪ੍ਰਾਪਤ ਕੀਤੀ ਜੀ। ਅੱਗੋਂ ਇਹ ਦਾਤ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆਈ ਜੀ, ਉਹਨਾਂ ਦੇ ਘਰ ਵਿੱਚ ਆ ਗਈ ਜੀ। ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ। ਅੱਗੋਂ ਫਿਰ ਅਮਰ ਸਰੂਪ, ਜਿਸ ਸਰੂਪ ਦਾ ਕਦੀ ਨਾਸ਼ ਨਹੀਂ ਹੋ ਸਕਦਾ, ਗੁਰੂ ਅਮਰਦਾਸ ਸਾਹਿਬ ਜੀ ਅਮਰ ਸਰੂਪ ਹੋ ਕੇ ਗੁਰਤਾ ਗੱਦੀ ਤੇ ਬੈਠੇ ਤੇ ਆ ਕੇ ਕੀ ਗੁਰਤਾ ਗੱਦੀ ਤੇ ਬੈਠ ਕੇ ਕੀ ਕੀਤਾ? ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਕਛ ਅਚਰਜ ਖੇਲ ਨਾ ਲਖਿਆ ਜਾਈ। ਫਿਰ ਅੱਗੋਂ ਗੋਇੰਦਵਾਲ ਸਾਹਿਬ ਨੂੰ ਵਸਾਇਆ ਹੈ। ਇੱਥੇ ਸ਼ਬਦ ਵਰਤਿਆ ਗਿਆ ਫੇਰ, ਪਹਿਲਾਂ ਵੀ ਵਸਦਾ ਸੀ ਪਰ ਮੁੱਖ ਦਾਤਾਂ ਰਹਿਮਤਾਂ ਗੋਇੰਦਵਾਲ ਸਾਹਿਬ ਵਿੱਚ ਉਦੋਂ ਵਰਤੀਆਂ ਜਿਸ ਦਿਨ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਤੇ ਬੈਠ ਕੇ ਗੋਇੰਦਵਾਲ ਸਾਹਿਬ ਵਿੱਚ ਚਰਨ ਪਾਏ ਜੀ। ਗੋਇੰਦਵਾਲ ਸਾਹਿਬ ਜੀ ਦੀ ਧਰਤੀ ਨਿਹਾਲ ਹੋ ਗਈ ਜੀ। ਤੇ ਫਿਰ
ਕਹਿਣ ਲੱਗੇ ਦਾਤ ਜੋਤ ਖਸਮੈ ਵਡਿਆਈ। ਕਿਹੜੇ ਸਮੇਂ ਦਾਤ ਪ੍ਰਾਪਤ ਹੋਣੀ ਹੈ, ਵਾਹਿਗੁਰੂ ਜੀ ਦੀ ਜੋਤ ਬਣਨਾ ਹੈ, ਇਹ ਖਸਮ ਦੀ ਵਡਿਆਈ ਹੈ, ਇਹ ਸਤਿਗੁਰੂ ਦੀ ਵਡਿਆਈ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਹੈ। ਸੋ ਅੱਜ ਤੋਂ ਆਪਾਂ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਸੰਗਤ ਦੀ ਸਰਵਣ ਕਰਨੀ ਹੈ। ਕੋਸ਼ਿਸ਼ ਕਰੀਏ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਔਰ ਕਥਾ ਆਰੰਭ ਕਰਨ ਤੋਂ ਪਹਿਲਾਂ ਦਾਸ ਆਪ ਸੰਗਤਾਂ ਨੂੰ ਬੇਨਤੀ ਕਰੇ, ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਿਓ। ਸਤਿਗੁਰੂ, ਹੁਣ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਹੋ ਰਹੀ ਹੈ, ਨਾ ਦਾਸ ਹੀ ਨਾਗਾ ਪਾ ਸਕੇ ਤੇ ਨਾ ਤੁਸੀਂ ਨਾਗਾ ਪਾਓ ਜੀ। ਇਹ ਸਾਰੀ ਕਥਾ ਦਾ ਜਿਹੜਾ ਅੰਮ੍ਰਿਤ ਹੈ ਨਾ, ਉਹ ਇਹਨਾਂ ਕੰਨਾਂ ਦੇ ਰਾਹੀਂ ਸਾਡੇ ਹਿਰਦੇ ਦੇ ਅੰਦਰ ਪਹੁੰਚ ਸਕੇ ਜੀ। ਨਾ ਮੈਂ ਨਾਗਾ ਪਾ ਸਕਾਂ ਦਾਸ, ਨਾ ਤੁਸੀਂ ਨਾਗਾ ਪਾਓ, ਇਹ ਗੁਰੂ ਅਮਰਦਾਸ ਸਾਹਿਬ ਆਪ ਕਿਰਪਾ ਕਰਨਗੇ, ਫਿਰ ਹੋਏਗਾ ਜੀ। ਇਸ ਕਰਕੇ ਦੋਵੇਂ ਹੱਥ ਜੋੜੋ, ਪਿਆਰ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ 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 ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਅਬ ਸ਼੍ਰੀ ਸਤਿਗੁਰ ਅਮਰ ਕੀ ਕਥਾ ਕਹੋ ਰੁਚ ਠਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਸਾਧ ਸੰਗਤ ਜੀ, ਹੁਣ ਮੈਂ ਬੜੀ ਰੀਝ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਤੀਸਰੀ ਜੋਤ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਲਿਖਣ ਲੱਗਾ ਹਾਂ। ਹਾਂਜੀ। ਸ਼ਰੋਤਾ ਸੁਨਹੁ ਪ੍ਰਸੰਨ ਹੋਇ, ਦੇਹੋ ਸਿੱਖੀ ਮੁਝ ਦਾਨ। ਤੇ ਨਾਲ ਕਵੀ ਜੀ ਪਤਾ ਕੀ ਲਿਖਦੇ, ਕਹਿੰਦੇ ਕਥਾ ਸੁਣਨ ਵਾਲੀ ਸੰਗਤ ਜੀ ਪ੍ਰਸੰਨ ਹੋ ਕੇ ਕਥਾ ਸੁਣਿਓ। ਸ਼ਰੋਤਾ ਸੁਨਹੁ ਪ੍ਰਸੰਨ ਹੋਵੇ। ਤੇ ਦੂਜਾ ਅਰਥ ਹੈ, ਜਦੋਂ ਕੋਈ ਸਰੋਤਾ ਇਹ ਕਥਾ ਸੁਣੇਗਾ ਤੇ ਜਦੋਂ ਉਹ ਕਥਾ ਸੁਣ ਕੇ ਪ੍ਰਸੰਨ ਹੋਵੇ ਤੇ ਮੇਰੀ ਅਰਦਾਸ ਕਰ ਦਿਓ, ਗੁਰੂ ਅਮਰਦਾਸ ਸਾਹਿਬ ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ਿਸ਼ ਕਰਨ ਜੀ। ਮਹਾਰਾਜ ਦੇ ਚਰਨਾਂ ਵਿੱਚ ਮੇਰੀ ਅਰਦਾਸ ਕਰ ਦਿਓ। ਪਿਆਰਿਓ, ਇੱਕ ਗੱਲ ਚੇਤਾ ਰੱਖਿਓ, ਜਦੋਂ ਤੁਸੀਂ ਸੰਗਤ ਖੁਸ਼ ਹੁੰਦੇ ਹੋ ਤੇ ਕਿਸੇ ਦੀ ਖੁਸ਼ ਹੋ ਕੇ ਅਰਦਾਸ ਕਰ ਦਿੰਦੇ ਹੋ ਨਾ, ਉਹ ਕੱਖਾਂ ਤੋਂ ਲੱਖਾਂ ਤੱਕ ਪਹੁੰਚ ਜਾਂਦਾ ਹੈ। ਹੁਣ ਐਵੇਂ ਹੀ ਭਾਈ ਸੰਤੋਖ ਸਿੰਘ ਜੀ ਦੀ ਭੰਡੀ ਮੂਰਖ ਲੋਕ ਕਰਦੇ ਆ, ਪਤਾ ਕੱਖ ਨਹੀਂ, ਇਹ ਗ੍ਰੰਥ ਨਹੀਂ ਪੜ੍ਹਿਆ ਤੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਵੇਖੋ ਕਵੀ ਸੰਤੋਖ ਸਿੰਘ ਕਹਿੰਦੇ ਮੈਨੂੰ ਅਰਦਾਸ ਕਰਿਓ ਮੇਰੀ, ਮਹਾਰਾਜ ਗੁਰੂ ਅਮਰਦਾਸ ਸਾਹਿਬ ਮੈਨੂੰ ਸਿੱਖੀ ਦੀ ਦਾਤ ਦੇ ਦੇਣ ਜੀ। ਹਾਂਜੀ। ਪਾਧੜੀ ਛੰਦ ਮੈਂ ਸੁਣੀ ਜਿਤਕ ਸਿੱਖ ਮੁਖ ਦੁਆਰ। ਕਹਿਣ ਲੱਗੇ ਮੈਂ ਸਿਆਣੇ ਸਿਆਣੇ ਸਿੱਖਾਂ ਤੋਂ ਜਿੰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਸੁਣੀ ਹੈ, ਅਰ ਲਿਖੀ ਪਠੀ ਜਹ ਕਹਿ ਉਦਾਰ। ਤੇ ਬਾਕੀ ਜਿੰਨੀ ਲਿਖੀ ਹੋਈ ਕਥਾ ਸੀਗੀ ਮਹਾਰਾਜ ਦੀ, ਉਹ ਵੀ ਮੈਂ ਪੜ੍ਹੀ ਹੈ। ਕੁਝ ਸਿੱਖਾਂ ਦੇ ਮੁਖੋਂ ਮਹਾਰਾਜ ਜੀ ਦਾ ਜਸ ਸੁਣਿਆ, ਕੁਝ ਮੈਂ ਆਪ ਪੜ੍ਹੀ ਹੈ ਕਥਾ। ਹਾਂਜੀ। ਸੋ ਸਭ ਬਨਾਏ ਛੰਦਨ ਮਝਾਰ। ਉਹ ਸਾਰੀ ਕਥਾ ਮੈਂ ਛੰਦਾਂ ਦੇ ਵਿੱਚ ਲਿਖਾਂਗਾ, ਕਵਿਤਾ ਵਿੱਚ ਲਿਖਾਂਗਾ। ਅਬ ਕਰਵ ਨਿਰੂਪਨ ਰੀਤ ਚਾਰ। ਕਹਿਣ ਲੱਗੇ ਹੁਣ ਸੁੰਦਰ ਰੀਤੀ ਨਾਲ ਇਸ ਨੂੰ ਨਿਰੂਪਣ ਕਰਦਾ ਹਾਂ। ਕਥਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਹੁਣ ਤੋਂ ਸ਼ੁਰੂ ਹੋ ਰਹੀ ਹੈ। ਸ਼੍ਰੀ ਅਮਰਦਾਸ ਜਿਮ ਮਾਰ ਤੰਡ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੂਰਜ ਦਾ ਕਿੱਡਾ ਵੱਡਾ ਤੇਜ ਪ੍ਰਤਾਪ ਹੈ ਜੀ। ਇੱਕ ਦਿਨ ਸੂਰਜ ਨਾ ਚੜੇ ਹਾਲੋਂ ਬੇਹਾਲ ਹੋ ਜਾਏਗਾ ਬੰਦਾ ਜੀ।
ਤੇ ਕੱਲਾ ਕੰਮਕਾਰ ਵਾਸਤੇ ਨਹੀਂ, ਜਿਉਂਦੇ ਰਹਿਣ ਵਾਸਤੇ ਸੂਰਜ ਦੀ ਲੋੜ ਹੈਗੀ ਜੀ ਸਾਨੂੰ। ਕਹਿਣ ਲੱਗੇ ਜਿਵੇਂ ਸੂਰਜ ਹੈ ਨਾ, ਸੂਰਜ ਦਾ ਪ੍ਰਤਾਪ ਹੁੰਦਾ, ਸੂਰਜ ਚੜ੍ਹਦਾ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਜਦੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਗੁਰਤਾ ਗੱਦੀ ਤੇ ਬੈਠੇ, ਮਹਾਰਾਜ ਦਾ ਪ੍ਰਤਾਪ ਸੂਰਜ ਵਰਗਾ ਹੋ ਗਿਆ ਜੀ, ਪਤਾ ਲੱਗ ਗਿਆ ਸਭ ਨੂੰ। ਹਾਂਜੀ, ਗਾਦੀ ਗੁਰਨ ਸਯੰਦਨ ਅਖੰਡ। ਗੁਰੂ ਸਾਹਿਬ ਮਹਾਰਾਜ ਜੀ ਦੀ ਗੱਦੀ ਰੂਪੀ ਰੱਬ ਤੇ ਚੜੇ ਜੀ। ਜਿਵੇਂ ਅਸਮਾਨ 'ਚ ਸੂਰਜ ਹੁੰਦਾ ਹੈ ਨਾ, ਉਵੇਂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਸੂਰਜ ਆ ਗਏ ਜੀ। ਗੁਰੂ ਅਮਰਦਾਸ ਸਾਹਿਬ ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਤਿਸ ਪਰ ਅਰੂੜ ਥਿਤ ਹੋਏ ਆਪ, ਹਾਂਜੀ। ਕੀਨਸ ਪ੍ਰਕਾਸ਼ ਸਭ ਦਿਸ਼ ਪ੍ਰਤਾਪ। ਅਸਮਾਨ ਦੇ ਵਿੱਚ, ਆਕਾਸ਼ ਵਿੱਚ ਸੂਰਜ ਚੜ੍ਹਦਾ ਹੈ, ਉਹਦਾ ਪ੍ਰਤਾਪ ਦਾ ਪਤਾ ਲੱਗਦਾ ਹੈ। ਕਵੀ ਜੀ ਲਿਖਦੇ, ਜਦੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਗੁਰਤਾ ਗੱਦੀ ਉੱਪਰ ਸੱਜ ਗਏ ਨਾ, ਆਸੇ ਪਾਸੇ ਸਭ ਥਾਵਾਂ ਤੇ ਸਤਿਗੁਰਾਂ ਦਾ ਜਸ ਫੈਲ ਗਿਆ ਜੀ। ਹਾਂਜੀ, ਗੁਰਪੁਰਬ ਆਦ ਕਰ ਕੈ ਖਡੂਰ, ਗੋਇੰਦਵਾਲ ਪਹੁੰਚੇ ਹਦੂਰ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਖਡੂਰ ਸਾਹਿਬ ਸਤਿਗੁਰੂ ਜੀ ਦੇ ਪਰਥਾਏ ਵੱਡਾ ਲੰਗਰ ਲਾ ਕੇ, ਗੁਰੂ ਸਾਹਿਬ ਜੀ ਦਾ ਉਹ ਦਿਨ ਮਨਾ ਕੇ ਮਹਾਰਾਜ ਗੋਇੰਦਵਾਲ ਸਾਹਿਬ ਪਹੁੰਚੇ ਜੀ। ਹਾਂਜੀ, ਦੀਨਾ ਨੇ ਨਾਥ ਗੁਰ ਤਾਸੋ ਪਾਏ, ਹੋਏ ਆਨੰਦ ਮਗਨ ਪ੍ਰਵਿਸ਼ੈ ਸੋ ਜਾਏ। ਗੁਰਤਾ ਗੱਦੀ ਮਹਾਨ ਵੱਡੀ ਵਸਤੂ ਪ੍ਰਾਪਤ ਹੋ ਗਈ ਜੀ। ਤੁਸੀਂ ਅੰਦਾਜ਼ਾ ਲਾਓ, ਅਜੇ ਹੁਣੇ ਸਰੀਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਪ੍ਰਵੇਸ਼ ਕੀਤਾ ਜੀ। ਤੇ ਜਦੋਂ ਆਏ ਗੋਇੰਦਵਾਲ ਸਾਹਿਬ, ਤੇ ਉਸ ਸਮੇਂ ਸਰੀਰ ਵਿੱਚ ਕਿਹੜੀਆਂ ਰਹਿਮਤਾਂ ਵਰਤ ਰਹੀਆਂ ਹੋਣਗੀਆਂ ਜੀ। ਹਾਂਜੀ, ਇੱਕ ਹੁਤੋ ਸਦਨ ਪਰ ਸਦਨ ਚਾਰ, ਹਾਂਜੀ। ਤਿਸ ਪਰ ਅਰੂੜ ਦੀਏ ਦਰ ਕਿਵਾਰ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਬੜਾ ਸੋਹਣਾ ਚੁਬਾਰਾ ਬਣਿਆ ਹੋਇਆ ਸੀਗਾ। ਅੱਜ ਵੀ ਜਦੋਂ ਮਹਾਰਾਜ ਜੀ ਦੇ ਅਸਥਾਨ ਤੇ ਜਾਈਏ, ਗੁਰਦੁਆਰਾ ਚੁਬਾਰਾ ਸਾਹਿਬ ਬਣਿਆ ਜੀ। ਉਹਦੇ ਉੱਤੇ ਇੱਕ ਕਮਰਾ ਹੈ, ਗੁਰਦੁਆਰਾ ਚੁਬਾਰਾ ਸਾਹਿਬ 'ਚ ਇੱਕ ਉੱਚਾ ਕਮਰਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦਰਵਾਜ਼ਾ ਉਹਦਾ ਬੰਦ ਕਰਕੇ ਤੇ ਸਤਿਗੁਰੂ ਅੰਦਰ ਬੈਠ ਗਏ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਹਾਂਜੀ, ਨਿਕਸੇ ਨਾ ਵਹਿਰ ਨਾਹੇ ਕੋ ਬੁਲਾਏ। ਮਹਾਰਾਜ ਬਾਹਰ ਨਹੀਂ ਆ ਰਹੇ ਕਮਰੇ 'ਚੋਂ, ਨਾ ਕਿਸੇ ਨਾਲ ਮਹਾਰਾਜ ਨੇ ਕੋਈ ਬਚਨ ਹੀ ਕੀਤਾ ਜੀ। ਹਾਂਜੀ, ਥਿਤ ਹੋਏ ਸਮਾਧ ਗੰਭੀਰ ਲਾਏ। ਸਮਾਧੀ ਲੱਗ ਗਈ ਜੀ, ਐ ਚਿੱਟਾ ਦਾੜਾ, ਬਜ਼ੁਰਗ ਸਰੀਰ, ਗੁਰਤਾ ਗੱਦੀ ਦੇ ਮਾਲਕ ਮਹਾਰਾਜ ਗੁਰੂ ਅਮਰਦਾਸ ਸਾਹਿਬ ਬੈਠੇ, ਸਮਾਧੀ ਲੱਗ ਗਈ ਜੀ। ਹਾਂਜੀ, ਹਵੈ ਕਰ ਇਕੰਤ ਆਨੰਦ ਲੀਨ। ਇਕਾਂਤ ਹੋ ਕੇ ਬਹਿ ਗਏ ਜੀ ਮਹਾਰਾਜ, ਤੇ ਆਨੰਦ ਲਿਆ ਜੀ। ਗੁਰ ਬੈਠਾ ਅੰਮ੍ਰਿਤ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ। ਮਹਾਰਾਜ ਇਕਾਂਤ 'ਚ ਬੈਠ ਗਏ। ਤੇ ਇਹ ਵੀ ਦਾਸ ਬੇਨਤੀ ਕਰੇ, ਕਈ ਵਾਰੀ ਭਗਤੀ ਕਰਨ ਵਾਲੇ ਦਾ ਜੀ ਕਰਦਾ ਮੈਂ ਇਕਾਂਤ 'ਚ ਬਹਿ ਜਾ, ਕੱਲਾ ਬਹਿ ਜਾ। ਮਹਾਰਾਜ ਇੱਕਦਮ ਗੁਰੂ ਅਮਰਦਾਸ ਸਾਹਿਬ ਕੱਲੇ ਬੈਠ ਗਏ। ਹਾਂਜੀ, ਜਬ ਮਹਿਦ ਜੋਤ ਪ੍ਰਪਾਪਰ ਪ੍ਰਬੀਨ। ਤੇ ਮਹਾਰਾਜ ਕਹਿਣ ਲੱਗੇ ਹੁਣ ਵੱਡੀ ਨਿਪੁੰਨ ਜੋਤ ਪ੍ਰਾਪਤ ਹੋਈ ਹੈ, ਅੰਦਰ ਜਗਣ ਲੱਗ ਪਈ ਜੀ। ਹਾਂਜੀ, ਨਹਿ ਸਕਹਿ ਬੇਦ ਜਿਸ ਕੋ ਬਤਾਏ, ਮਨ ਗ੍ਰਹ ਜੁਗਤ ਜਹ ਨਹਿ ਲਖਾਏ। ਕਹਿਣ ਲੱਗੇ ਮਹਾਰਾਜ ਉਸ ਆਨੰਦ ਵਿੱਚ ਚਲੇ ਗਏ ਜਿਸ ਆਨੰਦ ਨੂੰ ਵੇਦ ਵੀ ਬਿਆਨ ਨਹੀਂ ਕਰ ਸਕਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਵੇਦ ਨਹੀਂ ਬਿਆਨ ਕਰ ਸਕੇ। ਇਹ ਨਾ ਸਰੀਰ ਵਿੱਚ ਵਰਤਣ ਵਾਲੀ ਇੱਕ ਕਿਰਿਆ ਹੈ, ਤੇ ਮਾਫ ਕਰਿਓ ਜਿਸ ਸਰੀਰ ਵਿੱਚ ਵਰਤਦੀ ਹੈ ਉਹਨੂੰ ਹੀ ਪਤਾ ਲੱਗਦਾ, ਤੇ ਦੂਜਾ ਸੁਣ ਸੁਣਾ ਕੇ ਤੇ ਆਨੰਦ ਲੈ ਸਕਦਾ, ਪਰ ਜਿਹਦੇ ਵਿੱਚ ਵਰਤਦੀ ਉਹਨੂੰ ਪਤਾ ਲੱਗਦਾ। ਹਾਂਜੀ, ਅਸ ਆਨੰਦ ਸਿੰਧ ਮਹਿ ਸਥਿਤ ਹੋਏ, ਜਿਸ ਏਕ ਬੂੰਦ ਲਹਿ ਜਗਤ ਜੋਏ। ਕਹਿਣ ਲੱਗੇ ਜਿਸ ਸਮੁੰਦਰ ਦੀ ਇੱਕ ਬੂੰਦ ਹੀ ਕਿਸੇ ਨੂੰ ਪ੍ਰਾਪਤ ਹੋ ਜੇ, ਬੰਦਾ ਬੜੀ ਵੱਡੀ ਗੱਲ ਸਮਝਦਾ। ਮਹਾਰਾਜ ਆਨੰਦ ਦੇ ਸਮੁੰਦਰ ਦੇ ਵਿੱਚ ਚਲੇ ਗਏ ਜੀ, ਤੇ ਸਾਡੇ ਵਰਗਿਆਂ ਨੂੰ ਉਸ ਸਮੁੰਦਰ ਆਨੰਦ ਦੀ
ਇੱਕ ਬੂੰਦ ਹੀ ਮਿਲ ਜੇ ਤੇ ਸਾਡੇ ਕੋਲੋਂ ਉਹ ਹੀ ਨਹੀਂ ਚੱਲੀ ਜਾਂਦੀ। ਗੱਜ ਕੇ ਆਖੋ ਵਾਹਿਗੁਰੂ। ਬੰਦਾ ਰੌਲਾ ਪਾਉਣ ਲੱਗ ਪੈਂਦਾ ਵੀ ਅਸੀਂ ਕੁਝ ਬਣ ਗਏ ਆ, ਤੇ ਉਹ ਪੂਰਾ ਸਮੁੰਦਰ ਦੇ ਵਿੱਚ ਹੀ ਮਹਾਰਾਜ ਪ੍ਰਵੇਸ਼ ਕਰ ਗਏ ਜੀ, ਆਨੰਦ ਦੇ। ਹਾਂਜੀ। ਬ੍ਰਹਮਾਦ ਅਪਰ ਚੀਟੀ ਪਰਯੰਤ ਤਿਸ ਬਿਖੈ ਸਕਲ ਪਾਇਤ ਨਾ ਅੰਤ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਬ੍ਰਹਮਾਂਡ ਆਦ ਤੋਂ ਲੈ ਕੇ ਕੀੜੀ ਤੱਕ ਜੋ ਕੁਝ ਹੋ ਰਿਹਾ ਉਹ ਗੁਰੂ ਅਮਰਦਾਸ ਜੀ ਨੂੰ ਕਮਰੇ ਦੇ ਵਿੱਚ ਬੈਠਿਆਂ ਹੀ ਪਤਾ ਲੱਗ ਰਿਹਾ ਸੀਗਾ ਜੀ। ਕਿੱਡੀ ਵੱਡੀ ਸ਼ਕਤੀ ਹੈ ਜੀ। ਪੂਰੇ ਬ੍ਰਹਮਾਂਡ ਵਿੱਚ ਇੱਕ ਨਿੱਕੀ ਜਿਹੀ ਕੀੜੀ ਵੀ ਕੀ ਕਰ ਰਹੀ ਹੈ, ਇਸ ਗੱਲ ਦਾ ਵੀ ਸਤਿਗੁਰੂ ਜੀ ਨੂੰ ਪਤਾ ਸੀ। ਹਾਂਜੀ। ਅਸ ਸੁਮਤਵੰਤ ਕਹੋ ਕੌਣ ਹੋਏ, ਤਿਸ ਕੋ ਬਿਥਾਰ ਕਰ ਕਰਹਿ ਹੈ ਜੋਏ। ਕਹਿਣ ਲੱਗੇ ਇੰਨੀ ਤਾਕਤ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਸਰੀਰ ਵਿੱਚ ਆ ਗਈ ਹੈ, ਇੰਨੀਆਂ ਬਰਕਤਾਂ ਆ ਗਈਆਂ ਨੇ, ਉਹਦਾ ਮੈਂ ਵਿਸਥਾਰ ਨਹੀਂ ਕਰ ਸਕਦਾ। ਕਿਸੇ ਵਿੱਚ ਬੁੱਧੀ ਨਹੀਂ ਹੈਗੀ ਉਹ ਉਸ ਗੱਲ ਦਾ ਵਿਸਥਾਰ ਕਰ ਸਕੇ ਵੀ ਕਿੰਨੀ ਕੁ ਤਾਕਤ ਆ ਗਈ ਜੀ। ਹਾਂਜੀ। ਟਿਕ ਗਈ ਸਮਾਧ ਇੱਕ ਰਸ ਵਿਸਾਲ, ਬਸ ਇੱਕ ਰਸ ਬਿਰਤੀ ਟਿਕ ਗਈ ਜੀ, ਸਮਾਧੀ ਲੱਗ ਗਈ ਜੀ। ਹਾਂਜੀ। ਨਹਿ ਸਕੈ ਤਿਆਗ ਪ੍ਰੇਮੀ ਰਸਾਲ। ਹੁਣ ਇਹੋ ਜੀ ਸਮਾਧੀ ਪ੍ਰੇਮੀ ਨਹੀਂ ਛੱਡ ਸਕਦਾ ਜੀ। ਤੇ ਜਿਹਦੀ ਲੱਗ ਜੇ ਪਿਆਰਿਓ ਉਹਦੇ ਕੋਲੋਂ ਛੁੱਟ ਜਾਵੇ, ਉਹਨੂੰ ਪੁੱਛ ਕੇ ਵੇਖੋ। ਅਸੀਂ ਪਰਸੋਂ ਹੀ ਲੁਧਿਆਣੇ ਗਏ ਤੇ ਉੱਥੇ ਇੱਕ ਮਾਤਾ ਜੀ ਮਿਲੇ ਤੇ ਭੁੱਬਾਂ ਮਾਰ ਮਾਰ ਰੋਣ ਜੀ ਉਹ। ਤੇ ਮੈਂ ਦਾਸ ਨੇ ਉਹਨਾਂ ਨੂੰ ਪੁੱਛਿਆ ਵੀ ਗੱਲ ਕੀ ਹੈ। ਕਹਿਣ ਲੱਗੇ ਅੱਜ ਤੋਂ 10 ਸਾਲ ਪਹਿਲਾਂ ਜਦੋਂ ਮੈਂ ਢੋਲ ਲਾ ਕੇ ਬਹਿ ਜਾਣਾ ਨਾ ਕੰਧ ਦੇ ਨਾਲ, ਤੇ ਮੈਨੂੰ ਨਹੀਂ ਪਤਾ ਲੱਗਣਾ ਬਾਣੀ ਅੰਦਰੋਂ ਜਦੋਂ ਸੁਣਦੀ ਸੀਗੀ 10-10 11-11 ਘੰਟੇ ਮੈਂ ਚੌਂਕੜਾ ਮਾਰਦੀ ਸਾਂ, ਮੈਨੂੰ ਪਤਾ ਨਹੀਂ ਸੀ ਲੱਗਦਾ। ਇੰਝ ਲੱਗਦਾ ਸੀ ਜਿਵੇਂ 2 ਮਿੰਟ ਹੀ ਹੋਏ ਹੈ। ਪਰ ਹੁਣ ਕੁਝ ਵੀ ਨਹੀਂ। ਕਹਿਣ ਲੱਗੀ ਮੈਂ ਰੋਨੀ ਤਾਂ, ਨਾਲੇ ਮਾਤਾ ਰੋਵੇ ਤੇ ਨਾਲੇ ਦੱਸੇ ਮੈਂ ਰੋਨੀ ਤਾਂ ਮੇਰੇ ਕੋਲੋਂ ਦਾਤ ਖੁੱਸ ਗਈ, ਮੇਰੇ ਕੋਲੋਂ ਦਾਤ ਖੁੱਸ ਗਈ। ਔਰ ਉਹਨੇ ਬਹੁਤ ਕੁਝ ਦੱਸਿਆ। ਇਸ ਕਰਕੇ ਨਾ ਜਿਨ੍ਹਾਂ ਕੋਲ ਦਾਤ ਹੁੰਦੀ ਹੈ ਖੁੱਸ ਜੇ, ਉਹ ਬੜੇ ਦੁਖੀ ਹੁੰਦੇ ਆ। ਕਹਿੰਦੇ ਪ੍ਰੇਮੀ ਜਦੋਂ ਸਮਾਧੀ ਲੱਗਦੀ ਛੱਡ ਨਹੀਂ ਸਕਦੇ ਪ੍ਰੇਮੀ ਉਹਨੂੰ। ਹਾਂਜੀ। ਬਹੁ ਸਿੱਖ ਵਹਿਰ ਇਕੱਠੇ ਸੋ ਹੋਏ। ਹੁਣ ਮਹਾਰਾਜ ਗੁਰੂ ਅਮਰਦਾਸ ਸਾਹਿਬ ਅੰਦਰ ਜਾ ਕੇ ਬੈਠ ਗਏ, ਬਾਹਰ ਸਿੱਖ ਇਕੱਠੇ ਹੋ ਗਏ ਦਰਸ਼ਨਾਂ ਵਾਸਤੇ। ਚਿਤ ਚਹਿਤ ਦੇਖਵੇ ਦਰਸ ਸੋਏ। ਉਹਨਾਂ ਦਾ ਮਨ ਸੀਗਾ ਵੀ ਅਸੀਂ ਮਹਾਰਾਜ ਦੇ ਦਰਸ਼ਨ ਕਰੀਏ। ਗੱਜ ਕੇ ਆਖੋ ਵਾਹਿਗੁਰੂ। ਹੁਣ ਇੱਕ ਅਜੇ ਮਹਾਰਾਜ ਨੇ ਸਰੀਰ ਤਿਆਗਿਆ ਹੀ ਹੈ ਤੇ ਗੁਰੂ ਅਮਰਦਾਸ ਸਾਹਿਬ ਕਮਰੇ 'ਚ ਬੰਦ ਬੈਠ ਗਏ। ਸੰਗਤਾਂ ਦਾ ਧਿਆਨ ਖਿੱਚਿਆ ਗਿਆ। ਹਾਂਜੀ। ਸੁਨ ਜਹਾਂ ਕਹਾਂ ਪੁਰਗ੍ਰਾਮ ਬੀਚ। ਜਿੱਥੇ ਕਿੱਥੇ ਸੰਗਤਾਂ ਸੁਣਦੀਆਂ ਨੇ ਨਾ ਕਿ ਗੁਰਤਾ ਗੱਦੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਪ੍ਰਾਪਤ ਹੋਈ ਹੈ। ਹਾਂਜੀ। ਚੱਲ ਆਏ ਦੇਖਬੇ ਊਚ ਨੀਚ। ਹਰ ਕੋਈ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਜੀ ਫਿਰ। ਹਾਂਜੀ। ਗਨ ਹੋਏ ਇਕੱਤਰ ਕਰਤੇ ਵਿਚਾਰ। ਹੁਣ ਮਹਾਰਾਜ ਤੇ ਅੰਦਰ ਕਮਰੇ 'ਚ ਬੈਠ ਕੇ ਗੱਜ ਕੇ ਆਖੋ ਵਾਹਿਗੁਰੂ। ਤੇ ਲੋਕ ਨਾ ਸਾਧ ਸੰਗਤ ਜੀ ਵਿਚਾਰ ਕਰਦੇ ਆ। ਹਾਂਜੀ। ਗੁਰ ਦੇਹਿ ਦਰਸ ਤਿਮ ਕਰਹੁ ਢਾਰ। ਵੀ ਕਿਵੇਂ ਮਹਾਰਾਜ ਦੇ ਸਾਨੂੰ ਦਰਸ਼ਨ ਹੋਣ। ਗੱਜ ਕੇ ਆਖੋ ਵਾਹਿਗੁਰੂ। ਦਰਸ਼ਨ ਕਿਵੇਂ ਹੋਣ। ਮਹਾਰਾਜ ਤੇ ਇਕੱਲੇ ਬੈਠ ਗਏ। ਹਾਂਜੀ। ਇਨ ਕੋ ਨਾ ਬੈਠਿਓ ਬਨੈ ਐਸ, ਅਬ ਦੇਹਿ ਦਰਸ ਗੁਰ ਪ੍ਰਥਮ ਜੈਸ। ਮਹਾਰਾਜ ਸੰਗਤਾਂ ਇਕੱਠੇ ਹੋ ਕੇ ਗੱਲਾਂ ਕਰ ਰਹੀਆਂ, ਬਚਨ ਕਰ ਰਹੀਆਂ ਕਿ ਮਹਾਰਾਜ ਗੁਰੂ ਅਮਰਦਾਸ ਸਾਹਿਬ ਨਾ ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਸਾਨੂੰ ਦਰਸ਼ਨ ਦਿੰਦੇ ਸਨ, ਉਵੇਂ ਹੀ ਦਰਸ਼ਨ ਦੇਣ ਸਾਨੂੰ, ਉਵੇਂ ਦਰਸ਼ਨ ਹੋਣ ਮਹਾਰਾਜ ਜੀ ਦੇ। ਹਾਂਜੀ। ਸਭ ਕਹਿਓ ਬ੍ਰਿਧ ਕੋ ਆਪ ਜਾਏ। ਤੇ ਗੱਜ ਕੇ ਆਖੋ ਵਾਹਿਗੁਰੂ। ਪਿਆਰਿਓ ਇਹ ਕਾਰਜ ਗੁਰੂ ਅੰਗਦ ਸਾਹਿਬ ਕੋਲੋਂ ਵੀ ਹੋਇਆ ਸੀਗਾ।
ਗੁਰੂ ਅੰਗਦ ਸਾਹਿਬ ਇੰਨੇ ਬੈਰਾਗੀ ਹੋ ਗਏ ਸਨ, ਮਾਤਾ ਭਰਾਈ ਦੇ ਕੋਠੇ ਅੰਦਰ ਜਾ ਕੇ ਬੈਠ ਗਏ ਸਨ। ਔਰ ਉਹਨਾਂ ਨੇ ਤਾਂ ਦਰਵਾਜ਼ਾ ਸੀ ਨਾ, ਦਰਵਾਜ਼ੇ ਅੱਗੇ ਵੀ ਕੰਧ ਕਰਾ ਦਿੱਤੀ ਸੀਗੀ ਗੁਰੂ ਅੰਗਦ ਸਾਹਿਬ ਨੇ, ਵੀ ਕਿਸੇ ਨੂੰ ਪਤਾ ਹੀ ਨਾ ਲੱਗੇ। ਤੇ ਹੁਣ ਸਾਰੇ ਉਦੋਂ ਵੀ ਬਾਬਾ ਬੁੱਢਾ ਸਾਹਿਬ ਕੋਲ ਗਏ ਸੀਗੀਆਂ ਸੰਗਤਾਂ, ਤੇ ਹੁਣ ਗੁਰੂ ਅਮਰਦਾਸ ਜੀ ਦੇ ਦਰਸ਼ਨ ਨਹੀਂ ਨਾ ਹੋ ਰਹੇ, ਤੇ ਸੰਗਤਾਂ ਹੁਣ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਈਆਂ ਜੀ। ਹਾਂਜੀ, ਸਿੱਖ ਸੰਗਤਾਨ ਸੁਧ ਦੇਹੋ ਪੁਚਾਏ। ਬਾਬਾ ਜੀ ਤੁਸੀਂ ਸੰਗਤਾਂ ਦੀ ਖਬਰ ਮਹਾਰਾਜ ਜੀ ਤੱਕ ਪਹੁੰਚਾਓ, ਮਹਾਰਾਜ ਸਾਨੂੰ ਦਰਸ਼ਨ ਦੇਣ ਸਾਰਿਆਂ ਨੂੰ। ਵਾਹਿਗੁਰੂ। ਹਿਤ ਦਰਸ ਆਨ ਇਕੱਠੀ ਬੇਲੰਦ। ਸੰਗਤਾਂ ਦਰਸ਼ਨਾਂ ਵਾਸਤੇ ਬੜੀ ਵੱਡੀ ਗਿਣਤੀ 'ਚ ਇਕੱਠੀਆਂ ਹੋਈਆਂ ਨੇ, ਤੇ ਮਹਾਰਾਜ ਦਰਸ਼ਨ ਦੇਣ ਸਾਨੂੰ ਛੇਤੀ। ਹਾਂਜੀ, ਗਨ ਸਮ ਚਕੋਰ ਚਿਤ ਚਹਿਤ ਚੰਦ। ਤੇ ਜਿਵੇਂ ਚਕੋਰ ਹੈ ਉਹ ਚੰਦ ਨਾਲ ਹੀ ਪ੍ਰੀਤ ਕਰਦੀ ਹੈ, ਸੰਗਤਾਂ ਵੀ ਸਤਿਗੁਰਾਂ ਨਾਲ ਪ੍ਰੀਤ ਕਰਦੀਆਂ। ਤੇ ਜੋ ਅੱਜ ਪ੍ਰਚਾਰ ਹੋ ਰਿਹਾ ਨਾ, ਮੈਨੂੰ ਮਾਫ ਕਰਿਓ, ਸੰਗਤਾਂ ਨੂੰ ਚਕੋਰ ਨਹੀਂ ਰਹਿਣ ਦੇਣਾ। ਮਹਾਰਾਜ ਨੇ ਤੇ ਚੰਦ ਰਹਿਣਾ, ਸੰਗਤਾਂ ਨੂੰ ਨਹੀਂ ਚਕੋਰ ਰਹਿਣ ਦੇਣਾ। ਇਹਨਾਂ ਨੇ ਭਾਵਨਾ ਨਾਸ ਕਰੀ ਜਾਂਦੇ ਆ। ਬਾਬਾ ਜੀ ਮਹਾਰਾਜ ਨੂੰ ਆਖੋ, ਸੰਗਤਾਂ ਬੜਾ ਹੀ ਪਿਆਰ ਕਰਦੀਆਂ, ਮਹਾਰਾਜ ਦਰਸ਼ਨ ਦੇਣ। ਹਾਂਜੀ, ਸੁਨ ਕਹਿਓ ਬ੍ਰਿਧ ਸਭ ਲਖਨ ਹਾਰ। ਗੱਜ ਕੇ ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਜੀ ਪਤਾ ਕੀ ਕਹਿਣ ਲੱਗੇ? ਬਾਬਾ ਜੀ ਕਹਿੰਦੇ, ਸੰਗਤ ਜੀ ਮਹਾਰਾਜ ਨੂੰ ਕਿਹੜੀ ਗੱਲ ਦਾ ਨਹੀਂ ਪਤਾ। ਗੁਰੂ ਅਮਰਦਾਸ ਸਾਹਿਬ ਜੀ ਨੂੰ ਪਤਾ ਵੀ ਤੁਸੀਂ ਬਾਹਰ ਬੈਠੇ ਹੋ। ਲੇਹ ਜਾਨ ਮਨ ਕੀ ਬਿਨ ਉਚਾਰ। ਮਹਾਰਾਜ ਜਾਣੀ ਜਾਣ ਨੇ, ਲੇਹ ਜਾਨ ਮਨ ਕੀ ਬਿਨ ਉਚਾਰ। ਬਿਨਾ ਆਖਿਆਂ ਮਹਾਰਾਜ ਮਨ ਦੀ ਗੱਲ ਜਾਣ ਲੈਂਦੇ ਸੱਚੇ ਪਾਤਸ਼ਾਹ। ਨਿਜ ਦਇਆ ਕਰਹਿ ਆਪਣੀ ਮਹਾਨ, ਤਬ ਦੇਹ ਦਰਸ ਸਭ ਹੂਨ ਆਨ। ਤੇ ਜਦੋਂ ਮਹਾਰਾਜ ਸਾਡੇ ਤੇ ਕਿਰਪਾ ਕਰਨਗੇ, ਆਪੇ ਚੁਬਾਰੇ ਚੋਂ ਬਾਹਰ ਆ ਜਾਣਗੇ, ਆਪੇ ਸਾਨੂੰ ਦਰਸ਼ਨ ਦੇਣਗੇ। ਹਾਂਜੀ, ਸੁਨ ਰਹੇ ਠਟਿਕ ਕਹਿ ਸਕ ਨਾ ਕੋਏ, ਦਿਨ ਪ੍ਰਤੀ ਚਾਹਾ ਚਿਤ ਚਗੁਨ ਹੋਏ। ਹੁਣ ਬਾਬਾ ਜੀ ਦੀ ਗੱਲ ਕੌਣ ਫੇਰੇ ਜੀ? ਬਾਬਾ ਬੁੱਢਾ ਜੀ ਦੀ। ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਨੇ ਉਸ ਸਮੇਂ ਦੇ। ਬਾਬਾ ਜੀ ਦੀ ਗੱਲ ਕਰਕੇ ਸਤ ਸੁਣ ਕੇ ਸਤ ਬਚਨ ਤੇ ਕਰ ਦਿੱਤਾ, ਪਰ ਸੰਗਤਾਂ ਕੋਲੋਂ ਰਿਹਾ ਨਾ ਜਾਵੇ ਜੀ ਦਰਸ਼ਨਾਂ ਤੋਂ ਬਗੈਰ। ਹਾਂਜੀ, ਸਿੱਖ ਸਗਲ ਮਹਾ ਅਲੁਕਾਏ ਭੂਰ, ਕਬ ਦੇਹ ਦਰਸ਼ ਗੁਰ ਇਛ ਪੂਰ। ਚੁੱਪ ਕਰਕੇ ਸਾਰੇ ਬੈਠ ਗਏ ਪ੍ਰੇਮੀ, ਪਰ ਕੁਝ ਸਮਾਂ ਲੰਘਿਆ ਤੇ ਹਿਰਦੇ 'ਚ ਵਿਆਕੁਲਤਾ ਹੋਰ ਵੱਧ ਗਈ ਜੀ। ਵਿਆਕੁਲ ਹੋ ਗਏ ਕਿ ਕਦੋਂ ਦਰਸ਼ਨ ਦੇਣਗੇ, ਕਦੋਂ ਸਾਡੀਆਂ ਲੋੜਾਂ ਪੂਰੀਆਂ ਕਰਨਗੇ। ਹਾਂਜੀ, ਜਿਮ ਸ਼ਾਂਤ ਬੰਦ ਬੂੰਦ ਚਾਤ੍ਰਿਕ ਪਿਪਾਸ, ਚਕਵਾ ਨਾ ਚਾਹੇ ਸੂਰਜ ਪ੍ਰਕਾਸ਼। ਜਿਵੇਂ ਸੂਰਜ ਜਿਹੜਾ ਹੈ ਉਹ ਚੜ੍ਹਦਾ ਤੇ ਚਕਵੇ ਨੂੰ ਦੁੱਖ ਹੁੰਦਾ, ਤੇ ਚਕਵਾ ਚਾਹੁੰਦਾ ਸੂਰਜ ਨਾ ਚੜ੍ਹੇ ਜੀ। ਤੇ ਚਕਵਾ ਨਾ ਚਾਹੇ ਸੂਰਜ ਪ੍ਰਕਾਸ਼, ਚਕਵਾ ਇਹੋ ਚਾਹੁੰਦਾ ਰਾਤ ਪਈ ਰਹੇ। ਸੰਗਤਾਂ ਵੀ ਇਹੋ ਚਾਹੁੰਦੀਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਛੇਤੀ ਦਰਸ਼ਨ ਦੇਣ। ਹਾਂਜੀ, ਪਤ ਬ੍ਰਤਾ ਤਰੁਣ ਪਤ ਕੇ ਵਿਯੋਗ, ਜਿਮ ਮਹਾ ਕਸ਼ਟ ਤੇ ਚਹਿ ਸੰਜੋਗ। ਕਹਿਣ ਲੱਗੇ ਇੱਕ ਇਸਤਰੀ ਦਾ ਪਤੀ ਵਿਛੜ ਜਾਵੇ ਤਾਂ ਦੁਖੀ ਹੁੰਦੀ ਜੀ। ਤੇ ਪਿਆਰਿਓ, ਜਦੋਂ ਸੰਗਤਾਂ ਤੋਂ ਸਤਿਗੁਰੂ ਵਿਛੜ ਜਾਣ ਤੇ ਸੰਗਤਾਂ ਵੀ ਇੰਝ ਦੁਖੀ ਹੁੰਦੀਆਂ ਨੇ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਪਹਿਲਾ ਸਮਾਂ ਸੀਗਾ, ਪੁਰਾਤਨ ਸਿੱਖ ਇੰਨੇ ਜ਼ਿਆਦਾ ਕਿਰਪਾ ਵਾਲੇ ਹੁੰਦੇ ਸਨ, ਉਹ ਜਿੰਨਾ ਚਿਰ ਤੱਕ ਮਹਾਰਾਜ ਜੀ ਦੇ ਦਰਸ਼ਨ ਨਹੀਂ ਸੀ ਕਰਦੇ, ਕੁਝ ਛਕਦੇ ਹੀ ਨਹੀਂ ਸੀ ਹੁੰਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ। ਅੱਜ ਸਾਡੇ ਤੇ ਕੋਈ ਅਸਰ, ਮੈਂ ਸਮੇਤ ਆਪਣੇ ਗੱਲ ਕਰਦਾ, ਛਕੀ ਵੀ ਜਾਂਦੇ, ਬਾਣੀ ਪੜ੍ਹਨ ਤੋਂ ਬਿਨਾਂ ਹੀ ਛਕੀ ਜਾਂਦੇ ਆ। ਸਾਡਾ ਕੋਈ ਪਿਆਰ ਨਹੀਂ ਹੈਗਾ। 2 ਦਿਨ ਟ੍ਰੇਨ 'ਚ ਬੈਠੇ ਰਹਿਣਾ, ਸਤਿਗੁਰਾਂ ਦੇ ਦਰਸ਼ਨ ਨਾ ਹੋਣੇ। ਨੇਮ ਪ੍ਰੇਮ ਇੰਨਾ ਵੱਡਾ ਹੁੰਦਾ ਸੀ, 2 ਦਿਨ ਛਕਦੇ ਕੁਝ ਨਹੀਂ ਸੀ ਹੁੰਦੇ।
ਜਿੰਨਾ ਚਿਰ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰ ਲੈਣੇ, ਛਕਣਾ ਹੀ ਕੁਝ ਨਹੀਂ ਜੀ। ਪ੍ਰੇਮ ਦਾ ਕਿੰਨਾ ਫਰਕ ਪੈ ਗਿਆ। ਤੇ ਕਈ ਇਹ ਗੱਲ ਕਹਿ ਦਿੰਦੇ ਜੇ ਮੈਨੂੰ ਮਾਫ ਕਰਿਓ, ਉਹ ਕਹਿੰਦੇ ਨਹੀਂ ਇੰਜ ਨਹੀਂ ਹੋ ਸਕਦਾ। ਪਿਆਰ ਵਧਾਓ। ਗੁਰਸਿੱਖਾਂ ਨੂੰ ਸਤਿਗੁਰਾਂ ਦੇ ਦਰਸ਼ਨ ਨਹੀਂ ਹੋ ਰਹੇ ਤੇ ਗੁਰਸਿੱਖਾਂ ਦੀ ਅਵਸਥਾ ਉਸ ਪਤਨੀ ਵਰਗੀ ਹੋ ਗਈ ਜਿਹਦਾ ਪਤੀ ਨਹੀਂ ਮਿਲ ਰਿਹਾ ਜੀ। ਉਹਨੂੰ ਕੁਝ ਚੰਗਾ ਲੱਗਦਾ ਜੀ? ਉਹਨੂੰ ਨਹੀਂ ਕੁਝ ਚੰਗਾ ਲੱਗਦਾ। ਹਾਂਜੀ। ਦੋਹਰਾ ਨਹਿ ਕੋ ਜਬ ਕਹਿ ਸਕੈ ਕੀਨਸ ਅਪਰ ਉਪਾਏ। ਹੁਣ ਬਾਬਾ ਬੁੱਢਾ ਜੀ ਨੂੰ ਕਹਿ ਨਹੀਂ ਸਕਦੇ। ਸੰਗਤਾਂ ਵਿਆਕੁਲ ਹੋ ਰਹੀਆਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਵਾਸਤੇ। ਹਾਂਜੀ। ਇੱਕ ਸੇਵਕ ਬੱਲੂ ਹੁਤੋ ਸੋ ਗੁਰ ਸੇਵਕ ਮਾਏ। ਗੱਜ ਕੇ ਆਖੋ ਵਾਹਿਗੁਰੂ। ਉਪਾਅ ਕੀਤਾ ਜੀ। ਗੁਰੂ ਅਮਰਦਾਸ ਸਾਹਿਬ ਜੀ ਦਾ ਨਾ ਇੱਕ ਪਿਆਰਾ ਸਿੱਖ ਰਹਿੰਦਾ ਸੀ ਗੋਇੰਦਵਾਲ ਸਾਹਿਬ 'ਚ ਪਹਿਲਾਂ ਤੋਂ, ਜਿਹਦਾ ਨਾਮ ਸੀ ਭਾਈ ਬੱਲੂ ਜੀ। ਤੇ ਭਾਈ ਬੱਲੂ ਜੀ ਮਹਾਰਾਜ ਦੀ ਸੇਵਾ ਕਰਦੇ ਹੁੰਦੇ ਸਨ। ਹਾਂਜੀ। ਸਵਈਆ ਛੰਦ ਬੱਲੂ ਤੇ ਨਿਤ ਪ੍ਰਤ ਸਭ ਸੇਵਾ ਹੋਏ ਪ੍ਰਸੰਨ ਸਤਿਗੁਰ ਕਰਵਾਏ। ਤੇ ਸਾਧ ਸੰਗਤ ਭਾਈ ਬੱਲੂ ਗੁਰੂ ਅਮਰਦਾਸ ਜੀ ਨੂੰ ਖੁਸ਼ ਕਰਦਾ ਹੁੰਦਾ ਸੀਗਾ, ਖੁਸ਼ ਕਰਦਾ ਹੁੰਦਾ ਸੀਗਾ ਸੇਵਾ ਕਰ ਕਰਕੇ। ਹਾਂਜੀ। ਪ੍ਰੇਮ ਜੁਗਤ ਸੋ ਨੀਕੇ ਕਰਤਾ ਸਨਮੁਖ ਖਰੋ ਰਹੇ ਹਿਤ ਲਾਏ। ਕਮਾਲ ਦੀ ਗੱਲ ਇਹ ਸੀ, ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਨਾਲ ਪਿਆਰ ਕਰਦੇ ਸੀਗੇ, ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕਰਦੇ ਸਨ। ਭਾਈ ਬੱਲੂ ਗੁਰੂ ਅਮਰਦਾਸ ਜੀ ਦੀ ਸੇਵਾ ਕਰਦਾ ਸੀ। ਤੇ ਮਹਾਰਾਜ ਨੇ ਬਾਣੀ 'ਚ ਕਿਹਾ, ਕਹਿੰਦੇ ਜਿਹੜੇ ਰੱਬ ਦੇ ਸੇਵਕ ਹੈ ਨਾ, ਅੱਗੋਂ ਗਾਂ ਉਹਨਾਂ ਸੇਵਕਾਂ ਦੇ ਜਿਹੜੇ ਸੇਵਕ ਨੇ, ਅੱਗੋਂ ਗਾਂ ਜਿਹੜੇ ਉਹਨਾਂ ਦੇ ਸੇਵਕ ਨੇ, ਮਹਾਰਾਜ ਮੈਨੂੰ ਉਹ ਬਣਾ ਦਿਓ, ਇਹ ਵੀ ਮੇਰੇ ਵੱਡੇ ਭਾਗ ਨੇ ਜੀ। ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕਰਦੇ ਸੀਗੇ ਤੇ ਭਾਈ ਬੱਲੂ ਜੀ ਗੁਰੂ ਅਮਰਦਾਸ ਜੀ ਦੀ ਸੇਵਾ ਕਰਦੇ ਸਨ। ਹਾਂਜੀ। ਜਬ ਕੁਛ ਟਹਿਲ ਕਰੈ ਫੁਰਮਾਵਨ ਤਬ ਸੋ ਕਰਤ ਸੁਧਾਰ ਬਨਾਏ। ਜਦੋਂ ਕਿਸੇ ਵਸਤੂ ਦੀ ਜ਼ਰੂਰਤ ਹੁੰਦੀ, ਸੇਵਾ ਦੀ ਜ਼ਰੂਰਤ ਹੁੰਦੀ ਤੇ ਮਹਾਰਾਜ ਭਾਈ ਬੱਲੂ ਜੀ ਨੂੰ ਕਹਿੰਦੇ ਸਨ। ਉਂਝ ਬਹੁਤਾ ਬਚਨ ਨਹੀਂ ਸੀ ਕਰਦੇ ਤੇ ਭਾਈ ਬੱਲੂ ਜੀ ਉਸੇ ਸਮੇਂ ਸੇਵਾ ਕਰਦੇ ਸਨ। ਹਾਂਜੀ। ਨਾਹੇ ਤਾਂ ਠਾਂਡੋ ਰਹਿ ਅਗਾਰੀ ਇਮ ਸਤ ਗੁਰ ਕੇ ਚਿਤ ਕੋ ਪਾਏ। ਗੱਜ ਕੇ ਆਖੋ ਵਾਹਿਗੁਰੂ। ਕਮਾਲ ਦੀ ਗੱਲ ਹੈ। ਪਿਆਰ ਵਾਲਾ ਇੱਕ ਤੋਂ ਇੱਕ ਅੱਗੇ ਹੈ। ਜਦੋਂ ਕੋਈ ਸੇਵਾ ਨਾ ਹੋਣੀ ਤੇ ਭਾਈ ਬੱਲੂ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਮਣੇ ਖਲੋਤੇ ਰਹਿਣਾ ਜੀ, ਸਾਹਮਣੇ ਖਲੋਤੇ ਰਹਿਣਾ। ਕਿਉਂ? ਕਦੀ ਨਾ ਕਦੀ ਤੇ ਸੇਵਾ ਆਖਣਗੇ ਨਾ। ਤੇ ਮਹਾਰਾਜ ਨੂੰ ਭਾਈ ਬੱਲੂ ਜੀ ਬੜਾ ਚੰਗਾ ਲੱਗਦੇ ਸਨ। ਭਾਈ ਬੱਲੂ ਜੀ ਚੰਗੇ ਲੱਗਦੇ ਸਨ। ਹਾਂਜੀ। ਬੁੱਢੇ ਆਦ ਸਿੱਖਨ ਸਭਨ ਮਿਲ ਕੇ ਤਿਸ ਬੱਲੂ ਕੋ ਨਿਕਟ ਬੁਲਾਏ। ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨੇ ਮਿਲ ਕੇ ਭਾਈ ਬੱਲੂ ਜੀ ਨੂੰ ਕੋਲ ਬੁਲਾਇਆ। ਹਾਂਜੀ। ਤੇ ਭਾਈ ਬੱਲੂ ਜੀ ਕੋਲ ਆਏ ਜੀ। ਹਾਂਜੀ। ਬਿਨੈ ਬਖਾਨੀ ਪ੍ਰੀਤ ਮਹਾਨੀ ਇਹ ਸੰਗਤ ਬੈਠੀ ਸਮੁਦਾਏ। ਬੇਨਤੀ ਕੀਤੀ ਬਾਬਾ ਜੀ ਨੇ, ਭਾਈ ਬੱਲੂ ਜੀ ਆ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਲਈ ਬੈਠੀ ਹੈ। ਹਾਂਜੀ। ਸਭ ਚਾਹਤ ਹੈ ਸਤਿਗੁਰ ਦਰਸ਼ਨ ਸਪਤ ਦਿਵਸ ਇਨ ਦੀਏ ਬਿਤਾਏ। ਗੱਜ ਕੇ ਆਖੋ ਵਾਹਿਗੁਰੂ। ਇਹ 2-4 ਘੰਟਿਆਂ ਦੀ ਗੱਲ ਨਹੀਂ ਸੀਗੀ ਪਿਆਰਿਓ। 7 ਦਿਨ ਲੰਘ ਗਏ ਸਨ। ਗੁਰੂ ਅਮਰਦਾਸ ਸਾਹਿਬ ਅੰਦਰ ਹੀ ਸਨ ਜੀ। 7 ਦਿਨ। ਤੇ ਗੁਰੂ ਅੰਗਦ ਸਾਹਿਬ ਤੇ ਹੋਰ ਲੰਮਾ ਸਮਾਂ ਬੈਠੇ ਰਹੇ ਸੀਗੇ। 7 ਦਿਨ ਲੰਘ ਗਏ ਐ। ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਤੇ ਹੋ ਨਹੀਂ ਰਹੇ ਜੀ। ਤੇ ਪਿਆਰਿਓ ਹੁਣ 7 ਦਿਨ ਅਸੀਂ ਨਾ ਸੰਗਤ ਵਿੱਚ ਆਈਏ ਤੇ ਮਨ ਬੁਰਾ ਹਾਲ ਹੋ ਜਾਂਦਾ ਜੀ। ਹਾਂਜੀ। ਬਿਨ ਸੂਰਜ ਪੰਕਜ ਮੁਰਝਾਵੇਂ ਇਹ ਗਤ ਸਭ ਕੀ ਪਰੈ ਲਖਾਏ। ਬਾਬਾ ਬੁੱਢਾ ਜੀ ਕਹਿਣ ਲੱਗੇ ਭਾਈ ਬੱਲੂ
ਜਿਵੇਂ ਸੂਰਜ ਨਾ ਚੜੇ ਤੇ ਕਮਲ ਮੁਰਝਾ ਜਾਂਦਾ। ਵੇਖ ਸੰਗਤਾਂ ਦੇ ਚਿਹਰੇ ਮੁਰਝਾਏ ਪਏ ਐ। ਕਾਹਦੇ ਵਾਸਤੇ? ਸਤਿਗੁਰਾਂ ਦੇ ਦਰਸ਼ਨਾਂ ਵਾਸਤੇ। ਤੇ ਪਿਆਰਿਓ, ਸਾਡੇ ਮਨਾਂ 'ਚ ਇਹੋ ਜਿਹੀ ਦਰਸ਼ਨ ਦੀ ਭਾਵਨਾ ਕਦੀ ਪੈਦਾ ਹੋਈ ਹੈ? ਹਾਂਜੀ। ਤਬ ਬੱਲੂ ਕਰ ਜੋਰ ਸਭਨ ਟਿਗ, ਕਹਿਤ ਪਇਓ ਮੈਂ ਤੁਮ ਅਨੁਸਾਰ। ਤੇ ਭਾਈ ਬੱਲੂ ਜੀ ਹੱਥ ਜੋੜ ਕੇ ਕਹਿਣ ਲੱਗੇ, ਬਾਬਾ ਜੀ ਜਿਵੇਂ ਤੁਸੀਂ ਕਹੋ ਮੈਂ ਤੇ ਤੁਹਾਡੀ ਆਗਿਆ ਮੰਨਣ ਵਾਲਾ ਹੈਗਾ। ਹਾਂਜੀ। ਜਿਮ ਤੁਮ ਕਹੋ ਕਰਹੁ ਮੈਂ ਤਿਸ ਬਿਧ, ਦਰਸ਼ਨ ਪ੍ਰਾਪਤ ਹੋਏ ਉਦਾਰ। ਜਿਵੇਂ ਤੁਸੀਂ ਕਹੋ ਮੈਂ ਉਵੇਂ ਕਰਾਂਗਾ, ਤਾਂ ਕਿ ਮੈਨੂੰ ਵੀ ਦਰਸ਼ਨ ਹੋ ਜਾਣ ਤੇ ਸੰਗਤਾਂ ਨੂੰ ਵੀ ਦਰਸ਼ਨ ਹੋ ਜਾਣ। ਹਾਂਜੀ। ਅਰਜ਼ ਗੁਜ਼ਾਰਨ ਪਰ ਉਪਕਾਰਨ, ਇਸ ਤੇ ਨੀਕੀ ਔਰ ਨਾਕਾਰ। ਬੜੀ ਵੱਡੀ ਗੱਲ 'ਚ ਪਤਾ ਭਾਈ ਬੱਲੂ ਜੀ ਕੀ ਕਹਿੰਦੇ? ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਜੇ ਮੇਰੇ ਆਖਿਆਂ ਬੇਨਤੀ ਕੀਤਿਆਂ ਕਿਸੇ ਦਾ ਭਲਾ ਹੋ ਜਾਵੇ ਤੇ ਇਹਦੇ ਤੋਂ ਵਧੀਆ ਹੋਰ ਕੀ ਕੰਮ ਹੈਗਾ ਕਹਿਣ ਲੱਗੇ। ਤੇ ਸੱਚੀ ਗੱਲ 'ਚ ਪਿਆਰਿਓ, ਸਾਡਾ ਮੁੱਖ ਹਿੱਲਣਾ ਕਿਸੇ ਦਾ ਭਲਾ ਹੋ ਜਾਣਾ, ਇਹਦੇ ਤੋਂ ਵਧੀਆ ਹੋਰ ਕੀ ਹੋ ਸਕਦਾ। ਹਾਂਜੀ। ਸਭ ਕੋ ਲੈ ਨਿਜ ਸੰਗ ਗਇਓ, ਦਰ ਖਰੇ ਕਰੇ ਤਿਨ ਬਿਨੈ ਉਚਾਰ। ਭਾਈ ਬੱਲੂ ਜੀ ਨਾ ਸਾਰਿਆਂ ਨੂੰ ਲੈ ਗਏ ਚੁਬਾਰਾ ਸਾਹਿਬ ਦੇ ਦਰਵਾਜ਼ੇ ਅੱਗੇ ਤੇ ਫਿਰ ਬੇਨਤੀ ਕੀਤੀ। ਹਾਂਜੀ। ਆਪ ਨਿਕਟ ਸਤਿਗੁਰ ਕੇ ਗਮਨਿਓ, ਹਾਥ ਜੋਰ ਹੋਏ ਮੁਖ ਬਾਰ। ਭਾਈ ਬੱਲੂ ਜੀ ਨੇ ਦਰਵਾਜ਼ਾ ਖੋਲਿਆ ਤੇ ਡਰਦੇ ਡਰਦੇ ਅੰਦਰ ਗਏ ਜੀ। ਤੇ ਡਰਦਿਆਂ ਡਰਦਿਆਂ ਨਾ ਹੱਥ ਜੋੜ ਕੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੇਨਤੀ ਕੀਤੀ। ਸਭ ਘਟ ਅੰਤਰ ਜਾਮੀ, ਹੈ ਪ੍ਰਭ ਵਹਿਰ ਖਰੀ ਸੰਗਤ ਹਿਤਵਾਨ। ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਘਟਾਂ ਘਟਾਂ ਦੀਆਂ ਜਾਣਨ ਵਾਲੇ ਹੋ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਮੈਂ ਦਾਸ ਬੇਨਤੀ ਕਰਾਂ, ਫਟਾਫਟ ਕਥਾ ਵੀ ਅੱਗੇ ਤੋਰ ਦਈਏ, ਕੋਈ ਗੱਲ ਨਹੀਂ ਹੈ। ਪਰ ਇਹ ਸ਼ਬਦ ਕੱਲਾ ਮੁਖੋਂ ਨਾ ਕੱਢਿਆ ਕਰੋ। ਜਦੋਂ ਇਹ ਸ਼ਬਦ ਕੱਢਣੇ ਆ ਉਦੋਂ ਅੰਦਰੋਂ ਬੇਨਤੀ ਕਰਿਆ ਕਰੋ। ਹੁਣ ਮਹਾਰਾਜ ਨੂੰ ਮੇਰੇ ਵਰਗਾ ਸਾਹਮਣੇ ਬੈਠਾ ਅੰਤਰਜਾਮੀ ਵੀ ਕਹੀ ਜਾਂਦਾ ਤੇ ਮਾੜੇ ਕੰਮ ਵੀ ਕਰੀ ਜਾਂਦਾ ਜੀ। ਤੇ ਗੁਰੂ ਦੀ ਹਜ਼ੂਰੀ 'ਚ ਆ ਕੇ ਇਉਂ ਚੰਗਾ ਹੋ ਕੇ ਬਹਿ ਜਾਂਦਾ ਹੈ ਜਿਵੇਂ ਸਤਿਗੁਰੂ ਨੂੰ ਕੁਝ ਪਤਾ ਨਹੀਂ ਲੱਗਦਾ। ਭਲਿਆ ਸਤਿਗੁਰਾਂ ਨੂੰ ਸਭ ਕੁਝ ਪਤਾ ਲੱਗਦਾ। ਅੰਤਰਜਾਮੀ ਭਾਈ ਗੁਰਦਾਸ ਜੀ ਕਹਿੰਦੇ ਸੀ ਨਾ, ਅੰਤਰਜਾਮੀ ਸੁਨ ਕੰਪਤ ਹੋ ਅੰਤਰਗਤ। ਕਹਿੰਦੇ ਸਿੱਖੋ, ਮੈਨੂੰ ਪਤਾ ਲੱਗਾ ਗੁਰੂ ਅਰਜਨ ਦੇਵ ਸਾਹਿਬ ਅੰਤਰਜਾਮੀ ਨੇ, ਮੈਂ ਡਰ ਗਿਆ। ਕਿਉਂ? ਮੈਂ ਬਹੁਤ ਕੁਝ ਮਾੜਾ ਸੋਚਦਾ, ਤੇ ਜਦੋਂ ਗੁਰੂ ਨੇ ਅੰਦਰ ਦੀ ਗੱਲ ਜਾਣ ਲਈ, ਮੇਰਾ ਕੀ ਬਣੇਗਾ। ਮਹਾਰਾਜ ਨੂੰ ਭਾਈ ਬੱਲੂ ਜੀ ਕਹਿਣ ਲੱਗੇ, ਕੇਵਲ ਬਾਹਰੀ ਸ਼ਬਦ ਨਹੀਂ, ਮੈਂ ਵੀ ਬੇਨਤੀ ਕਰਾਂ, ਬਾਹਰੀ ਸ਼ਬਦ ਰੋਜ਼ ਅਰਦਾਸੀਏ ਅਰਦਾਸਾਂ ਵਿੱਚ ਬੋਲਦੇ ਆ, ਪਰ ਗੱਲ ਉਸ ਦਿਨ ਬਣਦੀ ਹੈ ਜਦੋਂ ਗੱਲ ਅੰਦਰੋਂ ਨਿਕਲਦੀ ਹੈ। ਅੰਦਰੋਂ ਬੋਲੇ, ਹੇ ਗੁਰੂ ਅਮਰਦਾਸ ਸਾਹਿਬ ਮਹਾਰਾਜ, ਤੁਸੀਂ ਅੰਤਰਜਾਮੀ ਹੋ, ਘਟ ਘਟ ਦਾ ਤੁਹਾਨੂੰ ਪਤਾ ਹੈ। ਇਹ ਵੀ ਤੁਹਾਨੂੰ ਪਤਾ ਹੈ ਸੰਗਤ ਬਾਹਰ ਖਲੋਤੀ 7 ਦਿਨ ਹੋ ਗਏ ਹੈ, ਆਪ ਜੀ ਨੂੰ ਮਿਲਣਾ ਚਾਹੁੰਦੀ ਹੈ, ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ। ਹਾਂਜੀ। ਦਰਸ਼ਨ ਕੋ ਅਭਲਾਖਤ ਉਰਮੈ, ਜੇ ਸਿੱਖੀ ਮਹਿ ਰਹਿ ਸਬਦਾਨ। ਮਹਾਰਾਜ ਜਿਹੜੇ ਪਿਆਰ ਵਾਲੇ ਆ, ਜਿਹੜੇ ਸਿੱਖੀ ਨੂੰ ਕਮਾਉਣ ਵਾਲੇ ਆ, ਮਹਾਰਾਜ ਉਹ ਆਪ ਜੀ ਦੇ ਦਰਸ਼ਨ ਚਾਹੁੰਦੇ ਆ, ਸੱਚੇ ਪਾਤਸ਼ਾਹ। ਹਾਂਜੀ। ਤਰ ਸ਼ੁਸ਼ਕਤ ਜਲ ਕੋ ਜਿਮ ਕਾਂਖਤ, ਪਿਤ ਦੇਖਨ ਸੁਤ ਚਾਹੇ ਮਹਾਨ। ਮਹਾਰਾਜ ਮੈਂ ਵੇਖ ਕੇ ਆਇਆ ਸੰਗਤਾਂ ਨੂੰ, ਜਿਵੇਂ ਕਿਸੇ ਰੁੱਖ ਨੂੰ ਪਾਣੀ ਨਾ ਮਿਲੇ, ਉਹ ਪਾਣੀ ਲਈ ਤਰਸਦਾ ਹੈ ਪਰ ਬੋਲ ਨਹੀਂ ਸਕਦਾ। ਗੱਜ ਕੇ ਆਖੋ ਵਾਹਿਗੁਰੂ। ਬੜੀ ਵੱਡੀ ਇੱਕ ਅਵਸਥਾ 'ਚ
ਰੁੱਖ ਪਾਣੀ ਲਈ ਤਰਸਦਾ ਹੈ ਪਰ ਬੋਲ ਨਹੀਂ ਸਕਦਾ। ਤੇ ਮਹਾਰਾਜ ਸੰਗਤਾਂ ਤੁਹਾਡੇ ਦਰਸ਼ਨਾਂ ਨੂੰ ਤਰਸਣ ਦਈਆਂ ਪਰ ਆਖਣ ਕਿਨੂੰ। ਹਾਂਜੀ। ਬਿਨੈ ਸੁਨੀ ਲਖ ਸਿੰਖਿਅਨ ਮਨ ਕੀ, ਬੋਲੇ ਸ਼੍ਰੀ ਸਤ ਗੁਰ ਸੁਖ ਖਾਨ। ਤੇ ਹੱਥ ਜੋੜੋ ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਮਹਾਰਾਜ ਜੀ ਨੇ ਇਹ ਬੇਨਤੀ ਸੁਣੀ ਸਿੱਖਾਂ ਦੀ, ਸੰਗਤਾਂ ਦੀ, ਫਿਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ। ਤਨ ਹੋ ਚੰਦੋਵਾ ਸੁੰਦਰ ਉਪਰ, ਫਰਸ਼ ਕਰੋ ਬੈਠਨ ਇਸ ਥਾਨ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਇੱਕ ਕੰਮ ਕਰੋ, ਚੰਦੋਆ ਸਾਹਿਬ ਲਾਓ। ਚਲੋ ਅਸੀਂ ਸਤਿਕਾਰ ਨਾਲ ਸਾਹਿਬ ਕਹਿੰਦੇ ਆ, ਸਾਹਿਬ ਦੇ ਉੱਤੇ ਲੱਗਾ ਤਾਂ ਮਹਾਰਾਜ ਕਹਿੰਦੇ ਚੰਦੋਆ ਤਣੋ, ਤਨਹੋ ਚੰਦੋਵਾ ਸੁੰਦਰ ਉਪਰ, ਫਰਸ਼ ਕਰੋ ਬੈਠਨ ਇਸ ਥਾਨ। ਤੇ ਮਹਾਰਾਜ ਕਹਿਣ ਲੱਗੇ ਥੱਲੇ ਵਿਛਾਈ ਕਰੋ ਸੋਹਣੀ। ਹਾਂਜੀ। ਬੱਲੂ ਨੇ ਸਭ ਕੀਨਸ ਤਿਆਰੀ, ਜਿਉਂ ਜਿਉਂ ਸ਼੍ਰੀ ਗੁਰ ਕੀਨ ਬਖਾਨ। ਜਿਵੇਂ ਮਹਾਰਾਜ ਜੀ ਨੇ ਉਚਾਰਿਆ ਭਾਈ ਬੱਲੂ ਜੀ ਨੇ ਉਸੇ ਤਰ੍ਹਾਂ ਕੀਤਾ ਜੀ। ਹਾਂਜੀ। ਆਏ ਸਿੰਘਾਸਨ ਪਰ ਤਬ ਬੈਠੇ, ਭਗਤ ਵਸ਼ਲ ਨਿਜ ਬਿਰਦ ਪਛਾਨ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਗਤਾਂ ਦਰਸ਼ਨ ਨੂੰ ਬੇਬਲ ਹੋ ਰਹੀਆਂ ਸਨ, 7 ਦਿਨ ਹੋ ਗਏ ਸਨ। ਮਹਾਰਾਜ ਫਿਰ ਸਹਿਜ ਸੁਭਾਅ ਉੱਠੇ, ਚੁਬਾਰੇ ਚੋਂ ਬਾਹਰ ਆਏ। ਜਿੱਥੇ ਵਿਛਾਈ ਹੋਈ ਸੀ, ਚੰਦੋਆ ਲੱਗਾ ਸੀ, ਉੱਥੇ ਮਹਾਰਾਜ ਆਸਣ ਤੇ ਸੱਜ ਗਏ ਜੀ। ਦਰਸ਼ਨ ਦੇ ਦਿੱਤੇ ਸੱਚੇ ਪਾਤਸ਼ਾਹ ਨੇ। ਧੰਨ ਸੋ ਵੇਲਾ ਜਿਤ ਦਰਸ਼ਨ ਕਰਣਾ, ਦਰਸ਼ਨ ਕਰਣਾ। ਧੰਨ ਸੋ ਵੇਲਾ ਜਿਤ ਦਰਸ਼ਨ ਕਰਣਾ, ਦਰਸ਼ਨ ਕਰਨਾ। ਸੰਗਤਾਂ ਦਾ ਸਮਾਂ ਬਣਿਆ ਜਦੋਂ ਮਹਾਰਾਜ ਦੇ ਦਰਸ਼ਨ ਹੋਣੇ। ਹਾਂਜੀ। ਚਕਰਵਰਤ ਪ੍ਰਿਤ ਪੋਸ਼ਿਸ਼ ਪਹਿਰ ਹੈ, ਤਾਥਾ ਤ੍ਰਿਤੀਯੋ ਰੂਪ ਸੁਹਾਏ। ਕਹਿੰਦੇ ਜਦੋਂ ਗੁਰੂ ਅੰਗਦ ਸਾਹਿਬ ਬੈਠੇ ਸਨ ਨਾ, ਉਦੋਂ ਇੰਜ ਲੱਗਦਾ ਸੀ ਬੈਠੇ ਗੁਰੂ ਨਾਨਕ ਸਾਹਿਬ। ਵਾਹਿਗੁਰੂ ਬੈਠਾ ਕੋਈ ਉਹੋ ਹੀ ਰਾਜਾ ਹੈ। ਜਿਵੇਂ ਇੱਕ ਰਾਜਾ ਦੂਜੀ ਪੁਸ਼ਾਕ ਬਦਲ ਕੇ ਬਹਿੰਦਾ, ਰਾਜਾ ਤੇ ਉਹ ਰਹਿੰਦਾ ਹੈ ਨਾ, ਕੱਪੜੇ ਬਦਲੇ। ਕਹਿੰਦੇ ਉਦੋਂ ਇਹ ਸੀ ਵੀ ਦੂਜੀ ਪੁਸ਼ਾਕ ਬਦਲੀ ਹੈ, ਰਾਜਾ ਉਹੀ ਹੈ। ਕਹਿੰਦੇ ਹੁਣ ਵੀ ਸਾਧ ਸੰਗਤ ਰਾਜਾ ਤੇ ਉਹੀ ਹੈ, ਪੁਸ਼ਾਕ ਤੀਜੀ ਪਾ ਲਈ ਹੈ। ਪੁਸ਼ਾਕ ਤੀਜੀ, ਕੱਪੜਾ ਤੀਜਾ ਹੈ, ਅੰਦਰ ਤੇ ਗੁਰੂ ਨਾਨਕ ਸਾਹਿਬ ਹੈ ਨਾ। ਹਾਂਜੀ। ਜਿਮ ਇੱਕ ਨਟ ਹੋਏ ਸਾਂਗ ਕਰੈ ਬਹੁ, ਬਦਲੈ ਹੈ ਬੇਖ ਜਗਤ ਦਿਖਰਾਏ। ਜਿਵੇਂ ਇੱਕ ਨਟ ਹੈ ਜੀ, ਉਹ ਕਈ ਤਰ੍ਹਾਂ ਦੇ ਭੇਖ ਬਦਲ ਬਦਲ ਕੇ ਵਿਖਾਉਂਦਾ ਹੈ। ਗੁਰੂ ਨਾਨਕ ਸਾਹਿਬ ਨੇ ਤੀਜਾ ਭੇਖ ਬਣਾ ਕੇ ਅੱਜ ਗੱਦੀ ਸਾਹਿਬ ਤੇ ਬੈਠੇ ਹੈ। ਹਾਂਜੀ। ਦੇਖ ਨਿਹਾਰ ਭਿੰਨ ਪਹਿਚਾਨੈ, ਸਭ ਕੀ ਮਤ ਕਉਦੇ ਬਿਮ ਮਾਏ। ਤੇ ਕਹਿਣ ਲੱਗੇ ਦੇਖਨ ਹਾਰ ਭਿੰਨ ਪਹਿਚਾਨੈ, ਸਭ ਕੀ ਮਤ ਕੋ ਦੇਹ ਬਿਰਮਾਏ। ਉਹ ਜਦੋਂ ਨੱਟ ਕੱਪੜੇ ਬਦਲਦਾ ਹੈ ਨਾ, ਵਿਖਾਵਾ ਕਰਦਾ, ਵੇਖਣ ਵਾਲੇ ਕਹਿੰਦੇ ਹੋਰ ਹੈ, ਪਰ ਉਹ ਹੋਰ ਨਹੀਂ ਹੁੰਦਾ, ਹੁੰਦਾ ਇੱਕੋ ਹੀ ਹੈ। ਹਾਂਜੀ। ਢਿਗ ਵਰਤੀ ਜੋ ਦਾਸ ਤਾਹੇ ਕੋ, ਲਖੈ ਸੋ ਇੱਕ ਬਹੁ ਬੇਖ ਬਨਾਏ। ਉਹ ਕਿਹਨੂੰ ਪਤਾ ਲੱਗਦਾ ਵੀ ਭੇਖ ਬਦਲਿਆ? ਜਿਹੜੇ ਨੱਟ ਦੇ ਕੋਲ ਰਹਿੰਦੇ ਆ। ਇਸੇ ਤਰ੍ਹਾਂ ਗੁਰਸਿੱਖਾਂ ਨੂੰ ਹੀ ਪਤਾ ਹੈ। ਹਾਂਜੀ। ਤਿਮ ਸਤਿਗੁਰ ਕੇ ਸਿੱਖ ਸਮੀਪੀ, ਜੋ ਜਾਣੈ ਹੈ ਇੱਕ ਜੋਤ ਜਗੰਤ। ਇਸੇ ਤਰ੍ਹਾਂ ਸਤਿਗੁਰਾਂ ਦੇ ਸਿੱਖ ਜਾਣਦੇ, ਸਮੀਪ ਰਹਿਣ ਵਾਲੇ ਹੈ ਤੇ ਗੁਰੂ ਨਾਨਕ ਸਾਹਿਬ ਹੀ ਨੇ। ਜੋਤ ਤੇ ਇਹਨਾਂ 'ਚ ਗੁਰੂ ਨਾਨਕ ਸਾਹਿਬ ਦੀ ਜਗ ਰਹੀ ਹੈ। ਹਾਂਜੀ। ਅਪਰ ਸਰੀਰ ਤਰਨ ਸਮ ਬੇਖ, ਸੋ ਦ੍ਰਿੜ ਮਤ ਰਾਖੈ ਨਹੀਂ ਭੁਲੰਤ। ਬਸ ਸਰੀਰ ਦਾ ਭੇਖ ਹੀ ਬਦਲਿਆ, ਅੰਦਰ ਤਾਂ ਗੁਰੂ ਨਾਨਕ ਸਾਹਿਬ ਬੈਠੇ ਆ। ਹਾਂਜੀ। ਸ਼੍ਰੀ ਨਾਨਕ ਅੰਗਦ ਅਬ ਸੋ, ਇਹ ਬੈਠੇ ਤਖਤ ਸੁਹਾਏ ਮਹੰਤ। ਆਏ ਸਪਾਏ ਨਿਕਟ ਸਭ ਆਏ, ਬੰਧਨ ਕਰ ਅਕੋਰ ਅਪੰਤ। ਤੇ ਮਹਾਰਾਜ ਨੇ ਹੁਕਮ ਕੀਤਾ ਸੰਗਤ ਨੂੰ ਆਉਣ ਦਿਓ।
ਜਦੋਂ ਹੁਕਮ ਪਹੁੰਚਿਆ। ਦਰਸ਼ਨ ਕਰ ਕਰ ਆਨੰਦ ਧਰ ਧਰ ਮਿਲ ਮਿਲ ਗੁਣ ਕਹਿ ਕਹਿ ਸਹਿ ਪ੍ਰੇਮ। ਤੇ ਜਦੋਂ ਸੰਗਤਾਂ ਆਈਆਂ ਭੇਟਾਵਾਂ ਲੈ ਕੇ ਆਈਆਂ ਸਤਿਗੁਰਾਂ ਦੇ ਹੋਏ ਦਰਸ਼ਨ ਤੇ ਸੰਗਤਾਂ ਆਨੰਦ ਚ ਹੋ ਗਈਆਂ ਜੀ। ਤੇ ਸੰਗਤਾਂ ਦੇ ਮਨਾਂ 'ਚ ਪਤਾ ਕੀ ਭਾਵਨਾ, ਧੰਨ ਸੋ ਵੇਲਾ ਜਿਤ ਦਰਸ਼ਨ ਕਰਣਾ, ਦਰਸ਼ਨ ਕਰਨਾ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਦਰਸ਼ਨ ਕਰਨਾ। ਇਹ ਵੀ ਵੇਲਾ ਧੰਨ 'ਚ। ਹੱਥ ਜੋੜੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ, ਕਹੋ ਵਾਹਿਗੁਰੂ ਵਾਹਿਗੁਰੂ, ਫਿਰ ਕਹੋ ਵਾਹਿਗੁਰੂ ਵਾਹਿਗੁਰੂ। ਇਹ ਸਮਾਂ ਧੰਨ ਹੈ ਨਾ ਜੀ। ਇਸ ਸਮੇਂ ਦਾ ਮੁੱਲ ਸਿੱਧਾ ਦਰਗਾਹ 'ਚ ਪੈਣਾ ਜਾ ਕੇ ਜੀ। ਫਿਰ ਕਹੋ ਵਾਹਿਗੁਰੂ ਵਾਹਿਗੁਰੂ। ਬੜਾ ਵੱਡਾ ਮੁੱਲ 'ਚ। ਸੋ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰ ਕਰ ਆਨੰਦ ਲੈਣ ਦਈਆਂ। ਦਰਸ਼ਨ ਕਰ ਕਰ ਆਨੰਦ ਧਰ ਧਰ ਮਿਲ ਮਿਲ ਗੁਣ ਕਹਿ ਕਹਿ ਸਹਿ ਪ੍ਰੇਮ। ਤੇ ਮਿਲ ਮਿਲ ਕੇ ਪਤਾ ਕੀ ਕਹਿੰਦੇ, ਕਹਿੰਦੇ ਸਾਨੂੰ ਤਾਂ ਇੰਝ ਲੱਗਦਾ ਜਿਵੇਂ ਗੁਰੂ ਨਾਨਕ ਸਾਹਿਬ ਹੀ ਬੈਠੇ ਹੋਣ ਜੀ, ਇੱਕ ਦੂਜੇ ਨਾਲ ਗੱਲਾਂ ਕਰਦੇ। ਹਾਂਜੀ। ਉਦਿਓ ਗਿਆਨ ਰਵ ਹਰ ਅਗਿਆਨ ਤਮ ਪੁਰਹਿ ਕਾਮਨਾ ਪ੍ਰੇਤਮ ਪ੍ਰਾਪਤ ਸ਼ੇਮ। ਤੇ ਭਾਈ ਸੰਤੋਖ ਸਿੰਘ ਦੱਸਦੇ, ਕਹਿੰਦੇ ਗਿਆਨ ਦਾ ਸੂਰਜ ਚੜ ਗਿਆ ਜੀ, ਅਗਿਆਨਤਾ ਦਾ ਹਨੇਰਾ ਨਾਸ ਹੋ ਗਿਆ ਜੀ। ਤੇ ਹੁਣ ਸਾਰੀਆਂ ਕਾਮਨਾਵਾਂ ਪੂਰੀਆਂ ਕਰ ਦੇਣੀਆਂ ਗੁਰੂ ਅਮਰਦਾਸ ਜੀ ਨੇ। ਹਾਂਜੀ। ਬੁੱਢੇ ਆਦਿਕ ਸਿੱਖ ਸਗਲ ਜੇ ਹਿਰਦੇ ਸੁਧ ਤਪਤਿਓ ਜਿਮ ਹੇਮ। ਜਿਵੇਂ ਬਾਬਾ ਬੁੱਢਾ ਸਾਹਿਬ ਤੇ ਹੋਰ ਗੁਰਮੁਖ ਜੀਵਨ ਮੁਕਤ ਹੋ ਗਏ ਆ ਨਾ, ਉਵੇਂ ਹੁਣ ਆਪਾਂ ਵੀ ਦਰਸ਼ਨ ਕਰਾਂਗੇ ਤੇ ਮੁਕਤ ਹੋਵਾਂਗੇ। ਹਾਂਜੀ। ਨਮਰ ਹੋਏ ਕਰ ਬੈਠ ਗਏ ਢਿਗ ਜਿਨ ਕੇ ਮਨ ਸਿੱਖੀ ਕਹੋ ਨੇਮ। ਧੰਨ ਬਾਬਾ ਬੁੱਢਾ ਸਾਹਿਬ ਜੀ ਬੜੇ ਪ੍ਰੇਮ ਨਾਲ ਨੀਵੇਂ ਹੋ ਕੇ ਮੱਥਾ ਟੇਕ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਬੈਠ ਗਏ। ਕੋਈ ਮਨ 'ਚ ਨਹੀਂ ਹੈਗਾ ਮੈਂ ਪੁਰਾਣਾ ਗੱਦੀ ਮੈਨੂੰ ਨਹੀਂ ਮਿਲੀ ਜੀ, ਇਹੋ ਜਿਹੀ ਨਹੀਂ ਵਿਚਾਰ ਹੈਗੀ ਜੀ। ਹਾਂਜੀ। ਸ਼ਬਦ ਕੀਰਤਨ ਹੋਣ ਲਗਿਓ ਤਬ ਕਰੈ ਰਬਾਬੀ ਰਾਗ ਆਲਾਪ। ਸ਼ਬਦ ਕੀਰਤਨ ਹੋਣ ਲੱਗਾ ਤੇ ਰਬਾਬੀ ਹੁੰਦੇ ਸਨ। ਉਰੋਂ ਹਾਰਮੋਨੀਅਮ ਨਹੀਂ ਸੀ ਹੁੰਦੇ, ਰਬਾਬ ਹੁੰਦੀ ਸੀਗੀ। ਹੁਣ ਵੀ ਦਰਬਾਰ ਸਾਹਿਬ ਰਬਾਬ ਨਾਲ ਕੀਰਤਨ ਹੁੰਦਾ ਹੈ। ਰਬਾਬੀ ਜਿਹੜੇ ਸਨ ਨਾ, ਅਲਾਪ ਲਾ ਲਾ ਕੇ ਕੀਰਤਨ ਕਰਨ ਲੱਗੇ ਜੀ ਰਾਗਾਂ ਵਿੱਚ। ਹਾਂਜੀ। ਸ਼੍ਰੀ ਗੁਰ ਕੋ ਦਰਬਾਰ ਲਗਿਓ ਪਿਖ ਸਿੱਖਿਅਨ ਕੈ ਮਨ ਆਨੰਦ ਥਾਪ। ਬੜੇ ਚਿਰ ਬਾਅਦ ਮਹਾਰਾਜ ਦਾ ਦਰਬਾਰ ਸੱਜਿਆ ਜੀ। ਹਾਂਜੀ। ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਹੋਏ, ਸੰਗਤਾਂ ਆਨੰਦ ਵਿੱਚ ਆ ਗਈਆਂ ਜੀ। ਔਰ ਮੈਂ ਦਾਸ ਨੇ ਇਹ ਦ੍ਰਿਸ਼ ਵੇਖਿਆ ਜੀ। ਆ ਜਦੋਂ ਲੋਕਡਾਊਨ 'ਚ ਢਿੱਲ ਮਿਲੀ ਨਾ ਜੀ, ਤੇ ਐਤਵਾਰ ਵਾਲੇ ਦਿਨ ਜਦੋਂ ਪਹਿਲਾਂ ਢਿੱਲ ਮਿਲੀ ਜੀ, ਤੇ ਉਦਣ ਇੱਕਦਮ ਸੰਗਤਾਂ ਦਰਬਾਰ ਸਾਹਿਬ ਪਹੁੰਚੀਆਂ ਜੀ ਪਰਿਕਰਮਾ ਦੀ ਸੇਵਾ ਵਾਸਤੇ। ਤੇ ਅਸੀਂ ਉਦੋਂ ਉੱਥੇ ਹੀ ਸਾਂ। ਹਰ ਇੱਕ ਦਾ ਚਿਹਰਾ ਬੜਾ ਖੁਸ਼ ਸੀਗਾ। ਇੱਥੋਂ ਤੱਕ ਜਿਹੜੇ ਬਰਛੇ ਵਾਲੇ ਸਿੰਘ ਸਨ ਨਾ, ਉਹ ਵੀ ਬੜੇ ਖੁਸ਼ ਸਨ। ਕਹਿਣ ਲੱਗੇ ਬੜੇ ਚਿਰ ਬਾਅਦ ਰੌਣਕ ਲੱਗੀ ਹੈ, ਬੜੇ ਚਿਰ ਬਾਅਦ ਰੌਣਕ ਲੱਗੀ ਹੈ। ਮਹਾਰਾਜ ਦੇ ਦਰਬਾਰ ਤੇ ਸੰਗਤਾਂ ਨਾਲ ਹੀ ਫੱਬਦੇ ਨੇ। ਗੱਜ ਕੇ ਆਖੋ ਵਾਹਿਗੁਰੂ, ਫੇਰ ਕਹੋ ਵਾਹਿਗੁਰੂ। ਸੰਗਤ ਜੀ ਤੁਹਾਡੀ ਗੱਲ ਹੋਈ ਹੁਣ ਤੇ ਗੱਜ ਕੇ ਕਹੋ। ਹਾਂ, ਸੰਗਤਾਂ ਨਾਲ ਹੀ ਫੱਬਦੇ ਆ। ਬੜੇ ਚਿਰ ਬਾਅਦ ਮਹਾਰਾਜ ਜੀ ਨੇ ਇਸ ਤਰ੍ਹਾਂ ਦਰਬਾਰ ਸਜਾਇਆ। ਸੰਗਤਾਂ ਬੜੀਆਂ ਹੀ ਖੁਸ਼ ਹੋਈਆਂ ਆ ਕੇ। ਹਾਂਜੀ। ਸੁਨੇ ਸ਼ਬਦ ਨਿਜ ਭਾਗ ਬੜੇ ਲਖ ਬਿਦਤਿਓ ਜਹ ਜਹ ਗੁਰ ਪ੍ਰਤਾਪ। ਸੁਨੇ ਸ਼ਬਦ ਨਿਜ ਭਾਗ ਬੜੇ ਲਖ, ਵੱਡੇ ਭਾਗ ਜਾਣੇ ਕੀਰਤਨ ਸੁਣਿਆ ਤੇ ਬਿਦਤਿਓ ਜਹ 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 ਤਹ ਗੁਰੂ ਪ੍ਰਤਾਪ। ਮਹਾਰਾਜ ਦਾ ਪ੍ਰਤਾਪ ਵਧਿਆ ਜੀ। ਆਸੇ ਪਾਸੇ ਖਬਰਾਂ ਪਹੁੰਚੀਆਂ ਕਿ
ਮਹਾਰਾਜ ਅਮਰ ਸਰੂਪ ਸੱਚੇ ਪਾਤਸ਼ਾਹ ਬੈਠੇ, ਗੁਰ ਬੈਠਾ ਅਮਰ ਸਰੂਪ ਹੋਏ, 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 ਗੁਰ ਬੈਠਾ ਅਮਰ ਸਰੂਪ ਹੋਏ। ਬੜਾ ਪ੍ਰਤਾਪ ਪਹੁੰਚ ਗਿਆ ਜੀ, ਵੱਧ ਗਿਆ। ਹਾਂ, ਥਾਪ ਉਥਾਪਨ ਸਭ ਕੇ ਸਮਰੱਥ, ਪਾਪ ਕਾ ਲਾਪ ਪਾਖ ਹਰ ਜਾਪ। ਮਹਾਰਾਜ ਨੇ ਇਸ ਤਰੀਕੇ ਨਾਲ ਪਾਪਾਂ ਨੂੰ ਦੂਰ ਕਰਨ ਵਾਲੇ ਵਾਹਿਗੁਰੂ ਦੇ ਨਾਮ ਦਾ ਪ੍ਰਚਾਰ ਕੀਤਾ। ਪ੍ਰਚਾਰ ਤੇ ਵਾਹਿਗੁਰੂ ਪ੍ਰਚਾਰਕ ਕਰਦੇ, ਗੁਰੂ ਤੇ ਦਾਤਾਂ ਦਿੰਦੇ ਨੇ। ਮਹਾਰਾਜ ਨੇ ਨਾਮ ਦੀਆਂ ਦਾਤਾਂ ਦਿੱਤੀਆਂ ਜੀ। ਸੋ ਅੱਗੋਂ ਕਥਾ ਹੁਣ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਿਵੇਂ ਨਿਹਾਲ ਕਰਨਗੇ। ਇੱਕ ਕਥਾ ਨਹੀਂ, ਬੜੀ ਲੰਮੀ ਕਥਾ ਹੈ ਮਹਾਰਾਜ ਦੀ, ਉਹ ਆਪਾਂ ਪ੍ਰਸੰਗ ਅਗਲੇ ਦਿਨ ਹੀ ਸਰਵਣ ਕਰਾਂਗੇ। 1 ਮਿੰਟ ਵਾਸਤੇ ਸਾਵਧਾਨ ਹੋਵੋ, ਨੇਤਰ ਬੰਦ ਕਰੋ, ਗੁਰਮੰਤਰ ਦਾ ਜਾਪ ਕਰਕੇ ਖਿਮਾ ਮੰਗੀਏ। ਪ੍ਰੇਮ ਦੇ ਨਾਲ ਸਾਰੇ ਜਪੋ ਜੀ, ਵਾਹਿਗੁਰੂ 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 ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਨਾਮ ਜਪਣ ਦਾ ਬਲ ਬਖਸ਼ਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।